ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਦੇ ਉੱਪਰ। ਜਿਹੜੇ ਸਟੂਡੈਂਟ ਪੀਐਸ ਟੈਟ ਜਾਂ ਸੀ ਟੈਟ ਦੀ ਤਿਆਰੀ ਕਰ ਰਹੇ ਨੇ, ਉਹਨਾਂ ਦੇ ਲਈ ਇਹ ਸੁਨਹਿਰੀ ਮੌਕਾ ਕਿ ਸਾਡੇ ਚੈਨਲ ਤੇ ਆ ਕੇ ਤਿਆਰੀ ਕਰ ਸਕਦੇ ਨੇ। ਅਸੀਂ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਦੇ ਉੱਪਰ, ਅਗਰ ਤੁਸੀਂ ਪੇਪਰ 1 ਜਾਂ ਪੇਪਰ 2 ਦੀ ਤਿਆਰੀ ਕਰ ਰਹੇ ਹੋ ਜਾਂ ਦੋਨਾਂ ਦੇ ਵਿੱਚੋਂ ਕਿਸੇ ਇੱਕ ਦੀ ਤਿਆਰੀ ਕਰ ਰਹੇ ਹੋ, ਉਸ ਦੇ ਲਈ ਅਸੀਂ ਪ੍ਰੋਪਰ ਕਲਾਸਾਂ ਆਪਣੇ ਚੈਨਲ ਤੇ ਅਪਲੋਡ ਕਰ ਰਹੇ ਹਾਂ। ਨਾਲ ਅਸੀਂ ਸ਼ਾਮ ਨੂੰ ਲਾਈਵ ਸੈਸ਼ਨ ਰੱਖਿਆ ਹੋਇਆ, ਲਾਈਵ ਸੈਸ਼ਨ ਵੀ ਕਰਦੇ ਆ। ਜਿੰਨੇ ਵੀ MCQ ਹੁੰਦੇ ਨੇ, MCQ ਦੇ ਫਾਰਮ ਦੇ ਵਿੱਚ ਅਸੀਂ ਲਾਈਵ ਸੈਸ਼ਨ ਰੱਖਿਆ ਹੋਇਆ। ਅੱਜ ਆਪਣੀ 6ਵੀਂ ਕਲਾਸ ਹੈ, 6 ਕਲਾਸ ਹੈ। ਇਸ ਤੋਂ ਪਹਿਲਾਂ ਆਪਾਂ 5 ਕਲਾਸਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ, ਪਲੱਸ 4 ਕਲਾਸਾਂ ਆਪਾਂ MCQ ਦੀ ਕਰ ਚੁੱਕੇ ਹਾਂ, ਜਿਹੜੀ ਕਿ 9 ਵਜੇ ਲੱਗਦੀ ਹੈ। ਹਾਂਜੀ, ਅੱਜ ਦਾ ਜਿਹੜਾ ਟੌਪਿਕ ਆਪਣਾ ਸੋਸ਼ਲਾਈਜੇਸ਼ਨ ਦੀਆਂ ਜਿਹੜੀਆਂ ਥਿਊਰੀਆਂ ਨੇ ਉਹਨੂੰ ਡਿਸਕਸ ਕਰਾਂਗੇ। ਅੱਜ ਇੱਕ ਥਿਊਰੀ ਨੂੰ ਡਿਸਕਸ ਕਰਾਂਗੇ। ਇਸ ਤੋਂ ਪਹਿਲਾਂ ਜਿਹੜੀ ਕਲਾਸ ਸੀ ਆਪਣੀ 5th ਨੰਬਰ ਕਲਾਸ ਸੀ, 5ਵੀਂ ਕਲਾਸ ਸੀ, ਉਹ ਸੋਸ਼ਲਾਈਜੇਸ਼ਨ ਦਾ ਪ੍ਰੋਸੈਸ ਕੀ ਸੀਗਾ ਉਸਦੇ ਬਾਰੇ ਆਪਾਂ ਡਿਸਕਸ ਕਰ ਚੁੱਕੇ ਹਾਂ। ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ, WhatsApp ਲਿੰਕ ਮਿਲ ਜਾਏਗਾ, ਤੁਸੀਂ ਜੁਆਇਨ ਕਰ ਸਕਦੇ ਹੋ। ਨਾਲ ਇੰਸਟਾਗ੍ਰਾਮ ਐਂਡ ਟੈਲੀਗ੍ਰਾਮ ਚੈਨਲ ਤੁਸੀਂ ਜੁਆਇਨ ਕਰ ਸਕਦੇ ਹੋ। ਲਓ ਜੀ, ਸਟਾਰਟ ਕਰਦੇ ਹਾਂ। ਜਿਹਦੀ ਜਿਹੜੀ ਥਿਊਰੀ ਹੈ ਆਪਾਂ ਡਿਸਕਸ ਕਰਨ ਵਾਲੇ ਹਾਂ, ਉਹ ਵਾਈਗੋਸਕੀਜ਼ ਸੋਸ਼ਲਾਈਜੇਸ਼ਨ ਜਿਹੜੀ ਕਿ ਜਾਂ ਸੋਸ਼ਲ ਕਲਚਰ ਥਿਊਰੀ ਦੇ ਬਾਰੇ ਡਿਸਕਸ ਕਰਾਂਗੇ। ਤਾਂ ਵਾਈਗੋਸਕੀ ਨੇ ਥਿਊਰੀ ਦਿੱਤੀ ਆ ਕਿ ਸੁਸਾਇਟੀ ਦੇ ਵਿੱਚ ਰਹਿੰਦੇ ਹੋਏ ਤਾਂ ਬੱਚਾ ਕਲਚਰ ਤੋਂ ਬਹੁਤ ਸਾਰੀਆਂ ਚੀਜ਼ਾਂ ਸਿੱਖ ਲੈਂਦਾ ਹੈ। ਉਸ ਦੇ ਬਾਰੇ ਆਪਾਂ ਡਿਸਕਸ ਕਰਨ ਵਾਲੇ ਆ, ਜਿਹੜਾ ਕਿ ਵਾਈਗੋਸਕੀ ਬਿਲੀਵ ਕਰਦਾ ਜਾਂ ਉਹਦਾ ਵਿਸ਼ਵਾਸ ਇਹ ਹੈ। ਲਓ ਜੀ, ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਵਾਈਗੋਸਕੀ ਦੀ ਸੋਸ਼ਲ ਕਲਚਰ ਡਿਵੈਲਪਮੈਂਟ ਥਿਊਰੀ ਦੇ ਬਾਰੇ ਜਾਣ ਲੈਂਦੇ ਹਾਂ। ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਵਾਈਗੋਸਕੀ ਹੈ ਕੌਣ। ਤਾਂ ਉਹ ਵਾਈਗੋਸਕੀ ਕਿਹੜਾ ਸੀ? ਇੱਕ ਰਸ਼ੀਅਨ ਸਾਈਕੋਲੋਜਿਸਟ ਸੀਗਾ ਤੇ ਕੀ ਮਨੋਵਿਗਿਆਨੀ ਸੀਗਾ। ਕਿੱਥੋਂ ਦਾ? ਰੂਸ ਦਾ। ਉਹ 38 ਸਾਲ ਦੀ ਉਮਰ ਦੇ ਵਿੱਚ ਹੀ ਉਹਦੀ ਮੌਤ ਹੋ ਗਈ ਸੀ। ਮਤਲਬ ਬਹੁਤ ਘੱਟ ਉਮਰ ਸੀ ਇਹਦੀ। 38 ਸਾਲਾਂ ਦੇ ਵਿੱਚ ਹੀ 38 ਸਾਲਾਂ ਦੇ ਵਿੱਚ 38 ਈਅਰ ਦੇ ਅਰਾਊਂਡ ਉਹਨਾਂ ਦੀ ਜਿਹੜੀ ਡੈਥ ਹੋ ਗਈ ਸੀਗੀ। ਇੱਕ ਉਹਦੇ ਨਾਲ ਹੋਰ ਵੀ ਪੁਆਇੰਟ ਜੁੜ ਰਿਹਾ ਕਿ ਸੋਸ਼ਲ ਕੰਸਟਰਕਟਿਵ ਸੀ ਉਹ, ਸਮਾਜਿਕ ਨਿਰਮਾਣਵਾਦੀ ਸੀਗਾ। ਦੇਖੋ, ਨਿਰਮਾਣਵਾਦੀ ਇੱਥੇ ਕੁਝ ਹੋਰ ਗੱਲਾਂ ਆਗੇ। ਜਦੋਂ ਸੁਸਾਇਟੀ ਦੇ ਵਿੱਚ ਇਸ ਤਰ੍ਹਾਂ ਕੰਸਟਰਕਟਿਵ ਸੋਚਦੇ ਹੋਈਏ ਤਾਂ ਉਹਨੂੰ ਇਸ ਤਰ੍ਹਾਂ ਬੋਲਦੇ ਆ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ, ਇਹਦਾ ਜਿਹੜਾ ਮੇਨ ਫੋਕਸ ਸੀ ਉਹ ਕਿਸ ਦੇ ਉੱਪਰ ਸੀ? ਸੋਸ਼ਲ ਕਲਚਰ ਐਸਪੈਕਟ ਦੇ ਉੱਪਰ ਸੀਗਾ। ਸੋਸ਼ਲ ਕਲਚਰ ਆਪਾਂ ਗੱਲ ਕੀਤੀ ਹੈ ਨਾ, ਸੋਸ਼ਲ ਕਲਚਰ ਥਿਊਰੀ ਆ। ਅਗਰ ਤੁਸੀਂ ਇਹਦਾ ਨਾਮ ਦੇਖੋਗੇ, ਸੋਸ਼ਲ ਕਲਚਰ, ਇਹ ਕੀ ਕਹਿ ਰਿਹਾ? ਬੱਚਾ ਸਮਾਜ ਤੋਂ, ਸੱਭਿਆਚਾਰ ਦੇ ਪਹਿਲੂਆਂ ਤੋਂ ਬਹੁਤ ਕੁਝ ਸਿੱਖਦਾ ਹੈ ਤੇ ਉਸ ਨੂੰ ਕੇਂਦਰ ਦੇ ਵਿੱਚ ਰੱਖਿਆ ਹੋਇਆ। ਇਹਦਾ ਮਤਲਬ ਕੀ ਆ ਕਿ ਵਾਈਗੋਸਕੀ ਨੇ ਸੋਸ਼ਲ ਕਲਚਰ ਨੂੰ ਫੋਕਸ ਕੀਤਾ ਹੋਇਆ ਜਾਂ ਕੇਂਦਰ ਦੇ ਵਿੱਚ ਰੱਖਿਆ ਹੋਇਆ, ਬਾਕੀ ਸਾਰੀਆਂ ਚੀਜ਼ਾਂ ਨੂੰ ਉਹਨੇ ਸਕਿਪ ਕੀਤਾ ਹੋਇਆ ਇਹਦੇ ਵਿੱਚ। ਉਸਦਾ ਜਿਹੜਾ ਵਿਸ਼ਵਾਸ ਸੀ, ਅਗਰ ਉਹਦੀ ਵਿਸ਼ਵਾਸ ਦੀ ਗੱਲ ਕਰੀਏ, ਪੱਕਾ ਜ਼ੋਰ ਦਿੰਦਾ ਸੀ ਕਿ ਸੁਸਾਇਟੀ ਐਂਡ ਕਲਚਰ ਦਾ ਬਹੁਤ ਵੱਡਾ ਰੋਲ ਆ ਬੱਚੇ ਦੀ ਡਿਵੈਲਪਮੈਂਟ ਦੇ ਵਿੱਚ ਜਾਂ ਬੱਚੇ ਦੇ ਵਿਕਾਸ ਦੇ ਵਿੱਚ। ਬਹੁਤ ਵੱਡਾ ਅਹਿਮ ਹਿੱਸਾ ਨਿਭਾ ਰਿਹਾ ਕਲਚਰ ਐਂਡ ਸੁਸਾਇਟੀ। ਦੇਖੋ, ਆਪਾਂ ਨੂੰ ਵੀ ਪਤਾ ਹੈ ਕਿ ਸੁਸਾਇਟੀ ਤੇ ਕਲਚਰ ਦੋਨੋਂ ਹੀ ਇੰਪੋਰਟੈਂਟ ਨੇ। ਅਗਰ ਕੋਈ ਸਿੱਖਣੀ ਹੈ ਚੀਜ਼, ਉਹ ਸੁਸਾਇਟੀ ਤੋਂ ਸਿੱਖਾਂਗੇ। ਹਾਂਜੀ, ਜੋ ਚੀਜ਼ ਸਿੱਖਣੀ ਆ ਆਪਾਂ, ਜੋ ਵੀ ਵੱਡੇ ਆ ਜਾਂ ਛੋਟੇ ਆ, ਉਹ ਸੁਸਾਇਟੀ ਤੋਂ ਬਹੁਤ ਸਾਰੀਆਂ ਚੀਜ਼ਾਂ ਸਿੱਖਦੇ ਨੇ। ਪਰ ਕਿੱਥੋਂ ਮਿਲਦੀਆਂ ਉਹ ਚੀਜ਼ਾਂ? ਕਿੱਥੋਂ ਮਿਲਦੀਆਂ? ਕਲਚਰ ਕੀ ਕਰਦਾ? ਟਰਾਂਸਫਰ ਕਰਦਾ ਜਾਂ ਕੈਰੀ ਕਰਦਾ। ਹਾਂਜੀ, ਕੈਰੀ ਕਰਦਾ ਆ ਉਸ ਚੀਜ਼ ਨੂੰ, ਜਾਂ ਫਿਰ ਇਹ ਕਹਿ ਸਕਦੇ ਆ ਟਰਾਂਸਫਰ ਕਰਦਾ ਹੈ। ਇਹ ਸਾਂਭ ਕੇ ਰੱਖਦਾ ਕਲਚਰ, ਇੱਕ ਚੀਜ਼ ਨੂੰ ਸਾਂਭ ਕੇ ਅੱਗੇ ਤੱਕ ਲੈ ਕੇ ਜਾਂਦਾ। ਵਨ ਜਨਰੇਸ਼ਨ ਟੂ ਨੈਕਸਟ ਜਨਰੇਸ਼ਨ ਤੱਕ ਇਹ ਪਹੁੰਚਾਉਣ ਦਾ ਕੰਮ ਕਰਦਾ ਹੈ ਕਲਚਰ। ਤਾਂ ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਦੇਖਣ ਵਾਲੇ ਹਾਂ। ਹਾਂਜੀ, ਹੁਣ ਥਿਊਰੀ ਦੇ ਵੱਲ ਨਜ਼ਰ ਮਾਰ ਲੈਂਦੇ ਹਾਂ ਕਿ ਥਿਊਰੀ ਦੇ ਵਿੱਚ ਕੀ ਕਿਹਾ ਗਿਆ। ਵਾਈਗੋਸਕੀ ਦਾ ਜਿਹੜਾ ਪ੍ਰੋਪਰ ਧਿਆਨ ਸੀ ਜਾਂ ਜ਼ੋਰ ਸੀ, ਉਹ ਕੀ ਕਹਿ ਰਿਹਾ ਸੀ? ਅਗਰ ਕੋਈ ਵੀ ਸਿੱਖ ਰਿਹਾ ਹੈ, ਲਰਨਿੰਗ ਪ੍ਰੋਸੈਸ ਦੇ ਵਿੱਚ ਹੈ, ਮੀਨ ਕਿ ਬੱਚਾ ਸਿੱਖਦਾ ਹੈ, ਪਰ ਉਹ ਬੈਟਰ ਵੇ ਦੇ ਨਾਲ ਕਿਵੇਂ ਸਿੱਖੇਗਾ? ਸਭ ਤੋਂ ਵੱਡਾ ਤਾਂ ਇਹੀ ਹੈ ਕਿ ਸੁਸਾਇਟੀ ਦੇ ਵਿੱਚ ਰਹਿ ਰਿਹਾ, ਮਤਲਬ ਕਿ ਸਮਾਜ ਦੇ ਵਿੱਚ ਰਹਿ ਰਿਹਾ, ਬੱਚਾ ਸਿੱਖੇਗਾ ਕਿਵੇਂ? ਸਮਾਜ ਦੇ ਵਿੱਚ ਰਹਿ ਕੇ ਬੱਚਾ ਕਿਵੇਂ ਸਿੱਖੇਗਾ? ਜੇਕਰ ਉਹਨੂੰ ਆਪਾਂ ਅਸਿਸਟੈਂਸ ਜਾਂ ਫਿਰ ਕੋਆਪਰੇਸ਼ਨ ਕਰਾਂਗੇ, ਮਤਲਬ ਕਿ ਜਾਂ ਤਾਂ ਉਹਦੀ ਸਹਾਇਤਾ ਕਰਾਂਗੇ ਜਾਂ ਸਹਿਯੋਗ ਦੇਵਾਂਗੇ। ਸਹਾਇਤਾ ਜਾਂ ਸਹਿਯੋਗ ਦੇ ਨਾਲ ਹੀ ਬੱਚਾ ਬਹੁਤ ਹੀ ਪੋਟੈਂਸ਼ੀਅਲ ਦੇ ਨਾਲ, ਬਹੁਤ ਹੀ ਤੇਜ਼ੀ ਦੇ ਨਾਲ ਸਿੱਖੇਗਾ। ਦੇਖੋ, ਹਰੇਕ ਚੀਜ਼ ਸਿੱਖਣ ਦੇ ਵਿੱਚ ਅਹਿਮ ਹਿੱਸਾ ਰਹਿੰਦਾ ਆਪਣੇ ਮਾਤਾ ਪਿਤਾ ਦਾ, ਅਧਿਆਪਕਾਂ ਦਾ, ਦੋਸਤ ਮਿੱਤਰਾਂ ਦਾ। ਦੇਖੋ, ਅਗਰ ਕੋਆਪਰੇਸ਼ਨ ਨਾ ਮਿਲਿਆ, ਆਪਾਂ ਕਲਾਸ ਦੇ ਵਿੱਚ ਵੀ ਦੇਖਦੇ ਹਾਂ, ਬਹੁਤ ਸਾਰੇ ਇੱਦਾਂ ਦੇ ਬੱਚੇ ਹੁੰਦੇ ਆ ਜਿਹੜੇ ਕਿ ਕੋਆਪਰੇਸ਼ਨ ਕਰਦੇ ਨੇ, ਅਸਿਸਟੈਂਸ ਰਹਿੰਦੇ ਨੇ, ਹੈਲਪ ਕਰਦੇ ਨੇ। ਟੀਚਰ ਆਪਣੇ ਬਹੁਤ ਵੱਡੇ ਜਿਹੜੇ ਅਹਿਮ ਭੂਮਿਕਾ ਨਿਭਾ ਰਹੇ ਨੇ ਬੱਚੇ ਨੂੰ ਸਿਖਾਉਣ ਦੇ ਵਿੱਚ। ਉਹ ਸਮਾਜ ਦੇ ਵਿੱਚ ਵਿਚਰ ਰਹੇ ਨੇ। ਇਹ ਚੀਜ਼ਾਂ ਆਪਾਂ ਨੂੰ ਪਤਾ ਹੈਗਾ। ਸਹਿਯੋਗ ਤੋਂ ਜਾਂ ਸਹਾਇਤਾ ਤੋਂ ਬਗੈਰ ਸਿੱਖਣਾ ਬਹੁਤ ਮੁਸ਼ਕਿਲ ਆ। ਆਪਾਂ ਨੂੰ ਰਸਤੇ ਨਹੀਂ ਪਤਾ ਲੱਗਦਾ। ਸਹਿਯੋਗ ਤੇ ਸਹਾਇਤਾ ਦੇ ਨਾਲ ਕੀ ਹੈ, ਇਹ ਆਪਾਂ ਨੂੰ ਡਾਇਰੈਕਸ਼ਨ ਦੇ ਰਿਹਾ। ਤਾਂ
ਵਾਈਗੋਸਕੀ ਦਾ ਜਿਹੜਾ ਮੇਨ ਫੋਕਸ ਸੀ, ਉਹਦਾ ਮਤਲਬ ਕਹਿਣ ਦਾ ਕੀ ਸੀ ਕਿ ਵਾਈਗੋਸਕੀ ਦੇ ਅਕੋਰਡਿੰਗ ਅਗਰ ਬੱਚਾ ਸਿੱਖੇਗਾ ਤਾਂ ਉਹ ਕਿਸ ਤੋਂ ਸਿੱਖੇਗਾ, ਕਿਸੇ ਦੀ ਸਹਾਇਤਾ ਦੇ ਨਾਲ ਸਿੱਖੇਗਾ, ਤਾਂ ਜੋ ਉਹਨੂੰ ਇੱਕ ਪ੍ਰੋਪਰ ਡਾਇਰੈਕਸ਼ਨ ਮਿਲ ਸਕਦੀ ਹੈ। ਡਾਇਰੈਕਸ਼ਨ ਕਿੱਥੋਂ ਮਿਲੇਗੀ? ਸੁਸਾਇਟੀ ਦੇ ਵਿੱਚੋਂ ਮਿਲੇਗੀ। ਹੁਣ ਨੈਕਸਟ ਪੁਆਇੰਟ ਦੇ ਵਿੱਚ ਚੱਲਦੇ ਹਾਂ। ਵਾਈਗੋਸਕੀ ਜਿਹੜਾ ਸਟਰੋਂਗਲੀ ਬਿਲੀਵ ਕਰਦਾ ਸੀ ਕਿ ਸੋਸਾਇਟੀ ਐਂਡ ਕਲਚਰ ਜਿਹੜਾ ਸੈਂਟਰਲ ਰੋਲ ਪਲੇ ਕਰਦਾ ਹੈ, ਮਤਲਬ ਕਿ ਸੈਂਟਰ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਦਾ, ਸੈਂਟਰ ਦੇ ਵਿੱਚ ਹੈ। ਦੇਖੋ ਇਹ ਕੋਈ ਚੀਜ਼ ਹੈ ਸੈਂਟਰ ਦੇ ਵਿੱਚ, ਮੰਨ ਲਓ ਇਹ ਚੀਜ਼ ਆ, ਬਾਕੀ ਸਾਰੀ ਜੇ ਸੋਸਾਇਟੀ ਦੀ ਗੱਲ ਕਰੀਏ, ਸੋਸਾਇਟੀ ਬਿਲਕੁਲ ਸੋਸਾਇਟੀ ਕਲਚਰ ਵਿਚਾਲੇ ਆ, ਬਾਕੀ ਚਾਈਲਡ ਨੇ ਇਹਦੇ ਨਾਲ ਅਟਰੈਕਟ ਨੇ ਇੱਕ ਦੂਜੇ ਦੇ ਨਾਲ, ਵੀ ਬਾਹਰ ਨਹੀਂ ਜਾ ਸਕਦੇ, ਇੱਕ ਸਰਕਲ ਦੇ ਵਿੱਚ ਹੈ। ਇਹ ਸਮਝ ਲਓ ਕਿ ਬੱਚੇ ਕੀ ਨੇ, ਇੱਕ ਸਰਕਲ ਦੇ ਵਿੱਚ ਰਹਿ ਕੇ ਸਿੱਖ ਰਹੇ ਨੇ। ਕੀ ਚੀਜ਼ਾਂ ਸਿੱਖਦੇ ਨੇ? ਸੋਸਾਇਟੀ ਦੇ ਵਿੱਚ ਉਹਦੇ ਹੈਬਿਟਸ, ਬਿਹੇਵੀਅਰ ਐਂਡ ਮੋਰਲ ਵੈਲਿਊ, ਐਥਿਕਸ ਜੋ ਸਿੱਖਦੇ ਨੇ, ਉਹ ਕਿੱਥੋਂ ਸਿੱਖਦੇ ਨੇ? ਸੋਸਾਇਟੀ ਦੇ ਵਿੱਚੋਂ। ਕਲਚਰ ਉਹਨੂੰ ਕੈਰੀ ਕਰਦਾ ਹੈ, ਆਪਾਂ ਦੇਖ ਲਿਆ। ਤਾਂ ਇਹ ਪ੍ਰੋਸੈਸ ਕੀ ਆ, ਉਸਨੂੰ ਕੀ ਬਣਾਉਂਦਾ ਹੈ? ਅਗਰ ਉਹ ਇਸ ਤਰ੍ਹਾਂ ਸੈਂਟਰ ਰੋਲ ਪਲੇ ਅਦਾ ਕਰਦਾ ਤਾਂ ਉਹਨੂੰ ਕੀ ਬਣਾਉਂਦੇ? ਮੀਨਿੰਗ ਮੇਕਿੰਗ ਬਣਾਉਂਦੇ ਆ, ਕਿ ਉਹਨੂੰ ਅਰਥ ਬਾਰੇ ਪਤਾ ਲੱਗ ਜਾਂਦਾ, ਅਰਥ ਨਿਰਵਾਣ ਬਣਾ ਦਿੰਦੇ ਆ। ਬੱਚੇ ਨੂੰ ਉਮਰ ਦੇ ਵਿੱਚ ਆ ਕੇ ਜਦੋਂ ਦਾ ਵਿਕਾਸ ਹੋ ਜਾਂਦਾ ਨਾ, ਉਹਨੂੰ ਅਰਥ ਪਤਾ ਲੱਗ ਜਾਂਦੇ ਆ, ਕੀ ਸਹੀ ਹੈ ਕੀ ਗਲਤ ਹੈ, ਇਸ ਦਾ ਕੀ ਅਰਥ ਹੈ। ਇਸ ਤਰ੍ਹਾਂ ਗੱਲਾਂ ਕਰਦੇ ਨਹੀਂ ਬੱਚੇ, ਜਦੋਂ ਜਿਹੜੇ ਆਪਾਂ ਕਹਿ ਸਕਦੇ ਹਾਂ ਬੱਚੇ ਨੌਨਸੈਂਸ ਗੱਲਾਂ ਕਰਦੇ, ਥੋੜੀ ਜਿਹੀ ਉਮਰ ਤੋਂ ਬਾਅਦ ਕੀ ਆ, ਬੱਚੇ ਨੌਨਸੈਂਸ ਗੱਲਾਂ ਕਰਨੀਆਂ ਛੱਡ ਦਿੰਦੇ ਨੇ, ਥੋੜਾ ਜਿਹਾ ਉਹ ਰੀਜ਼ਨਿੰਗ ਵੱਲ ਚਲੇ ਜਾਂਦੇ ਨੇ। ਨੈਕਸਟ ਪੁਆਇੰਟ ਦੇ ਵੱਲ ਚੱਲਦੇ ਆ। ਅਕੋਰਡਿੰਗ ਟੂ ਹਿਮ, ਵਾਈਗੋਸਕੀ ਦੇ ਅਕੋਰਡਿੰਗ ਜਿਹੜਾ ਕਿ ਸੋਸ਼ਲ ਲਰਨਿੰਗ ਹੈ ਪ੍ਰੋਸੈਸ ਹੈ, ਜਿਹੜਾ ਸੋਸ਼ਲ ਲਰਨਿੰਗ ਪ੍ਰੋਸੈਸ ਹੈ, ਟ੍ਰੈਂਡ ਹੈ, ਪ੍ਰੋਸੀਡ ਕਰਦਾ ਡਿਵੈਲਪਮੈਂਟ ਨੂੰ। ਮਤਲਬ ਕੀ ਹੈ? ਸਮਾਜਿਕ ਸਿੱਖਿਆ, ਤਾਂ ਸਮਾਜ ਦੇ ਵਿੱਚ ਜੋ ਬੱਚਾ ਸਿੱਖਦਾ ਹੈ ਵਿਕਾਸ ਤੋਂ ਪਹਿਲਾਂ ਸਿੱਖਦਾ ਹੈ। ਦੇਖੋ ਵਿਕਾਸ ਕਿਸ ਦਾ ਨਾਲ ਹੋ ਰਿਹਾ? ਵਾਈਗੋਸਕੀ ਦੇ ਅਕੋਰਡਿੰਗ ਸੁਸਾਇਟੀ ਦੇ ਵਿੱਚ ਸੋਸ਼ਲ ਲਰਨਿੰਗ ਅਗਰ ਬੱਚਾ ਨਹੀਂ ਕਰੇਗਾ ਤਾਂ ਉਹਦਾ ਜਿਹੜਾ ਵਿਕਾਸ ਹੈ ਨਹੀਂ ਹੋਏਗਾ। ਇਸ ਪੁਆਇੰਟ ਦੇ ਵਿੱਚ ਇਹ ਕਹਿ ਰਿਹਾ, ਅਗਰ ਵਿਕਾਸ ਹੋਏਗਾ ਤਾਂ ਇਸ ਤੋਂ ਪਹਿਲਾਂ ਸੋਸ਼ਲ ਲਰਨਿੰਗ ਸਿੱਖੇਗਾ, ਸਮਾਜ ਸਿੱਖਿਆ, ਸਮਾਜਿਕ ਸਿੱਖਿਆ, ਜਾਂ ਸਮਾਜ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਬੱਚਾ ਸਿੱਖੇਗਾ, ਤਾਂ ਹੀ ਉਹ ਵਿਕਾਸ ਹੋਏਗਾ ਬੱਚੇ ਦਾ। ਇਹ ਚੀਜ਼ਾਂ ਇਸਦੇ ਉੱਤੇ ਮੇਨ ਫੋਕਸ ਕੀਤਾ ਹੋਇਆ ਸੀ। ਹੁਣ ਨੈਕਸਟ ਪੁਆਇੰਟ ਦੇ ਵੱਲ ਚੱਲਦੇ, ਕੀ ਏਜ ਮੈਟਰ ਕਰਦੀ ਹੈ ਜਾਂ ਨਹੀਂ? ਇਹਦੇ ਵਿੱਚ ਵਾਈਗੋਸਕੀ ਦੇ ਅਕੋਰਡਿੰਗ ਗੱਲ ਕਰਾਂਗੇ ਕਿ ਏਜ ਮੈਟਰ ਨਹੀਂ ਕਰਦੀ। ਦੇਖੋ ਏਜ ਮੈਟਰ ਨਹੀਂ ਕਰਦੀ, ਆਪਾਂ ਦੇਖਦੇ ਹਾਂ ਬਹੁਤ ਸਾਰੀ ਸੁਸਾਇਟੀ ਦੇ ਵਿੱਚ ਇੱਦਾਂ ਦੇ ਨੇ ਜਿਹੜੇ ਕਿ ਬਹੁਤ ਵੱਡੀ ਉਮਰ ਦੇ ਵਿੱਚ ਹੀ ਜਿਹੜੇ ਕਿ ਸਿਆਣੀਆਂ ਗੱਲਾਂ ਨਹੀਂ ਕਰਦੇ, ਜਾਂ ਕਹਿ ਸਕਦੇ ਹਾਂ ਨੌਨਸੈਂਸ ਗੱਲਾਂ ਕਰਦੇ ਨੇ। ਠੀਕ ਆ, ਨੌਨਸੈਂਸ ਉਹਦਾ ਮਤਲਬ ਕੀ ਆ? ਦੇਖੋ ਏਜ, ਹੁਣ ਇੱਥੇ ਇਹ ਥਿਊਰੀ ਢੁਕਦੀ ਹੈ ਕਿ ਏਜ ਤਾਂ ਉਹਨਾਂ ਦੀ ਕਾਫੀ ਹੋਗੀ, ਪਰ ਉਹਨਾਂ ਨੂੰ ਜਿਹੜਾ ਕਿ ਏਜ ਸੈਂਸ ਜਾਂ ਉਹਨਾਂ ਦੀ ਜਿਹੜੀ ਕਿ ਥਿੰਕਿੰਗ ਪਾਵਰ, ਥਾਟਸ ਨੇ, ਉਹ ਚੇਂਜ ਨਹੀਂ ਹੋਏ, ਉਹ ਚੇਂਜ ਨਹੀਂ ਹੋਏ। ਬਹੁਤ ਸਾਰੇ ਵੱਡੇ ਹੋ ਜਾਂਦੇ ਨੇ, ਉਹਨਾਂ 'ਚ ਨਾਦਾਨਪਣਾ ਹੁੰਦਾ ਜਾਂ ਬੱਚਿਆਂ ਵਾਲੀਆਂ ਗੱਲਾਂ ਕਰਦੇ ਨੇ। ਇਹ ਆਪਾਂ ਅਕਸਰ ਸੁਣਦੇ ਆਏ ਹਾਂ ਤੇ ਦੇਖਦੇ ਵੀ ਹਾਂ ਸੁਸਾਇਟੀ ਦੇ ਵਿੱਚ। ਇਸ ਕਰਕੇ ਇਸ ਦੇ ਅਕੋਰਡਿੰਗ ਵੀ ਸੁਸਾਇਟੀ ਦੇ ਵਿੱਚ ਏਜ ਲਿਮਟ ਜਾਂ ਏਜ ਮੈਟਰ ਨਹੀਂ ਕਰਦੀ, ਉਮਰ ਦਾ ਕੋਈ ਮਾਮਲਾ ਨਹੀਂ ਹੈ। ਬੱਚਾ ਛੋਟੀ ਉਮਰ ਦੇ ਵਿੱਚ ਉਸ ਦੇ ਅਕੋਰਡਿੰਗ ਸਿੱਖੇਗਾ, ਕਿਉਂਕਿ ਉਹਦੀ ਕੈਪੈਸਿਟੀ ਉਸ ਤਰ੍ਹਾਂ ਦੀ ਰਹੇਗੀ, ਉਹਦੀ ਜਿਹੜੀ ਕਿ ਪਾਵਰ, ਮੈਮਰੀ ਪਾਵਰ ਉਸ ਤਰ੍ਹਾਂ ਦੀ ਰਹੇਗੀ, ਮੈਮਰੀ ਉਸ ਤਰ੍ਹਾਂ ਦੀ ਰਹੇਗੀ, ਉਸਦੇ ਨਾਲ ਉਹਦੀ ਜਿਹੜੀ ਕੈਪੈਸਿਟੀ ਆ ਸਮਝਣ ਦੀ ਉਸ ਤਰ੍ਹਾਂ ਦੀ ਰਹੇਗੀ। ਬੱਚਾ ਸਿੱਖੇਗਾ, ਪਰ ਏਜ ਲਿਮਟ ਨਹੀਂ ਹੁੰਦੀ ਜੀ। ਬਹੁਤ ਸਾਰੀਆਂ ਚੀਜ਼ਾਂ ਆਪਾਂ ਦੇਖਦੇ, ਬਹੁਤ ਸਾਰੇ ਬੱਚੇ ਬਹੁਤ ਤੇਜ਼ੀ ਦੇ ਨਾਲ ਬਹੁਤ ਤੇਜ਼ ਸਿੱਖ ਲੈਂਦੇ ਨੇ, ਬਹੁਤ ਵਧੇਰਾ ਸਿੱਖ ਲੈਂਦੇ ਨੇ, ਤਾਂ ਬਹੁਤ ਸਾਰੇ ਸਮਾਜ ਦੇ ਵਿੱਚ ਰਹਿੰਦੇ ਹੋਏ ਹੌਲੀ ਬਹੁਤ ਸਿੱਖਦੇ ਨੇ, ਬਹੁਤ ਘੱਟ ਸਿੱਖਦੇ ਨੇ ਤੇ ਹੌਲੀ ਸਿੱਖਦੇ ਨੇ। ਇਹ ਆਪਾਂ ਅਕਸਰ ਦੇਖਦੇ ਹਾਂ ਇਹ ਚੀਜ਼ਾਂ। ਹਾਂਜੀ, ਉਸ ਤੋਂ ਬਾਅਦ ਦੂਸਰੇ ਪੁਆਇੰਟ ਦੇ ਵੱਲ ਗੱਲ ਚੱਲਦੇ ਆ ਕਿ ਇੰਟਰੈਕਸ਼ਨ ਵਿਦ ਸੁਸਾਇਟੀ ਐਂਡ ਕਲਚਰ, ਇਹਦੇ ਦਾ ਕੀ ਪ੍ਰਭਾਵ ਪੈਂਦਾ? ਬਿਲਕੁਲ ਮੈਂ ਗੱਲ ਕਰਾਂ, ਅਗਰ ਅਟਰੈਕਸ਼ਨ ਦੀ ਗੱਲ ਕਰ ਰਹੀ ਹੈ, ਸਮਾਜ ਤੇ ਸੱਭਿਆਚਾਰ ਦੀ ਗੱਲ ਕਰਦੀ ਹਾਂ, ਤਾਂ ਉਹਦੇ ਵਿੱਚ ਕੀ ਆ? ਅਗਰ ਬੱਚਾ ਸੱਭਿਆਚਾਰ ਦੇ ਵਿੱਚ ਨਹੀਂ ਵਿਚਰੇਗਾ, ਉਹਦਾ ਸਮਾਜੀਕਰਨ ਨਹੀਂ ਹੋਏਗਾ, ਸਮਾਜ ਦੇ ਵਿੱਚ ਰਹਿ ਰਿਹਾ, ਸੁਸਾਇਟੀ ਦੇ ਵਿੱਚ ਰਹਿ ਰਿਹਾ, ਸੱਭਿਆਚਾਰਿਕ ਤੌਰ ਤੇ ਆਪਾਂ ਗੱਲ ਕਰ ਲਈਏ, ਤਾਂ ਉਹਦਾ ਜਿਹੜਾ ਵਿਕਾਸ ਆ ਨਹੀਂ ਹੋ ਸਕਦਾ। ਅਗਰ ਸੋਸਾਇਟੀ ਐਂਡ ਕਲਚਰ ਦੋਨੋਂ ਹੀ ਇੰਟਰੈਕਸ਼ਨ ਦੇ ਵਿੱਚ ਇਨਵੋਲਵ ਨੇ, ਤਾਂ ਹੀ ਬੱਚੇ ਦਾ ਕੀ ਹੋਵੇਗਾ? ਵਿਕਾਸ ਹੋਏਗਾ, ਵਿਕਾਸ ਪੋਸੀਬਲ ਆ। ਅਗਰ ਵਿਕਾਸ ਪੋਸੀਬਲ ਹੋਵੇਗਾ ਤਾਂ ਉੱਥੇ ਸਮਝ ਲਿਓ ਸੁਸਾਇਟੀ ਤੇ ਕਲਚਰ ਦੋਨੋਂ ਆਪਣਾ ਸੈਂਟਰ ਰੋਲ ਅਦਾ ਕਰ ਰਹੇ ਨੇ, ਮਤਲਬ ਕਿ ਸੈਂਟਰ ਰੋਲ, ਮੁੱਖ ਰੋਲ ਅਦਾ ਕਰ ਰਹੇ ਨੇ। ਹਾਂਜੀ, ਨੈਕਸਟ ਪੁਆਇੰਟ ਦੇ ਵੱਲ ਚੱਲਦੇ ਹਾਂ ਕਿ ਇਸ ਥਿਊਰੀ ਦੇ ਵਿੱਚ ਇਹ ਵੀ ਡਿਸਕਸ ਕੀਤਾ ਕਿ ਕੋਗਨੈਕਟਿਵ ਡਿਵੈਲਪਮੈਂਟ ਪੋਸੀਬਲ ਆ। ਉਹ ਕਿਵੇਂ ਪੋਸੀਬਲ ਆ ਆਪਾਂ ਦੇਖ ਚੁੱਕੇ ਹਾਂ। ਸੋਸਾਇਟੀ ਦੇ ਵਿੱਚ ਵਿਚਰਨ ਦੇ ਨਾਲ, ਕਲਚਰ ਦੇ ਵਿੱਚ ਵਿਚਰਨ ਦੇ ਨਾਲ ਅਟਰੈਕਸ਼ਨ, ਇਹਨਾਂ ਦੋਨਾਂ ਦੀ ਅਟਰੈਕਸ਼ਨ ਨਾ ਹੋਵੇ ਤਾਂ ਇਹ ਨਹੀਂ ਕਹਿ ਸਕਦੇ ਵੀ ਉਹਦੀ ਡਿਵੈਲਪਮੈਂਟ ਹੋ ਜਾਏਗੀ, ਬਿਲਕੁਲ ਨਹੀਂ ਹੋਣੀ। ਤਾਂ ਕੋਗਨੈਕਟਿਵ ਜਾਂ ਬੌਧਿਕ ਵਿਕਾਸ ਕਿਸ ਤਰ੍ਹਾਂ ਹੋਏਗਾ ਬੱਚੇ ਦਾ? ਜਦੋਂ ਸੋਸਾਇਟੀ ਦੇ ਵਿੱਚ ਵਿਚਰੇਗਾ, ਇਹਨਾਂ ਦਾ ਅਟਰੈਕਸ਼ਨ ਹੋਏਗਾ ਤੇ ਕਲਚਰ ਦੇ ਵਿੱਚ ਆਪਣਾ ਦੇਖੇਗਾ, ਜੋ ਬੱਚਾ ਕਲਚਰ ਦੇ ਵਿੱਚ ਰਹੇਗਾ। ਜੇਕਰ ਸੁਸਾਇਟੀ ਤੇ ਸਮਾਜ ਦੇ ਵਿੱਚ ਜਾਂ ਸੱਭਿਆਚਾਰ ਦੇ ਵਿੱਚ ਜਿਹੜਾ ਕਿ ਅਟਰੈਕਸ਼ਨ ਨਾ ਹੋਈ ਤਾਂ ਬੱਚਾ ਨਹੀਂ ਸਿੱਖ ਸਕਦਾ। ਇਹੀ ਬੌਧਿਕ ਵਿਕਾਸ ਵੀ ਇਹਦੇ ਨਾਲ ਨਿਰਭਰ ਕਰਦਾ। ਅਗਰ ਦੋਨੇ ਚੀਜ਼ਾਂ ਇਹਦੇ ਵਿੱਚ ਹੈ ਤਾਂ ਹੀ ਉਹ ਬੌਧਿਕ ਵਿਕਾਸ ਹੋ ਗਿਆ, ਅਗਰ ਨਹੀਂ ਹੈ ਤਾਂ ਬੱਚੇ ਦਾ ਬੌਧਿਕ ਵਿਕਾਸ ਨਹੀਂ ਹੋਣਾ। ਆਪਾਂ ਜਮਾਤ ਦੇ ਵਿੱਚ ਵੀ ਦੇਖਦੇ ਹਾਂ,
ਹਾਂਜੀ, ਕਲਾਸ ਅੰਗਰੇਜ਼ੀ ਦਾ ਸ਼ਬਦ ਆ, ਜਮਾਤ ਪੰਜਾਬੀ ਦਾ। ਆਪਾਂ ਜਮਾਤ ਦੇ ਵਿੱਚ ਵੀ ਦੇਖਦੇ ਹਾਂ ਬਹੁਤ ਸਾਰੇ ਬੱਚੇ ਇੱਕ ਕੋਨੇ ਤੇ ਲੱਗੇ ਹੁੰਦੇ ਆ, ਕਾਰਨਰ ਤੇ ਕਲਾਸ ਦੇ ਵਿੱਚ, ਉਹ ਨਹੀਂ ਸਿੱਖਦੇ, ਉਹ ਵੀਕ ਹੁੰਦੇ ਨੇ ਸਟੱਡੀ ਦੇ ਵਿੱਚ, ਕਿਉਂਕਿ ਉਹ ਵਿਚਰਦੇ ਨਹੀਂ। ਸੁਸਾਇਟੀ ਇਦਾਂ ਦੀ ਮਿਲੀ ਆ ਉਹਨੂੰ, ਕਲਚਰ ਇਦਾਂ ਦਾ ਮਿਲਿਆ, ਉਹ ਵਿਚਰ ਨਹੀਂ ਰਿਹਾ ਕਿਸੇ ਨਾਲ, ਮਤਲਬ ਕਿ ਗੱਲਬਾਤ ਹੀ ਨਹੀਂ ਕਰ ਰਹੇ ਹੋਰ ਸਟੂਡੈਂਟਾਂ ਤੱਕ, ਵੀ ਉਹ ਆਪਣੀ ਪਹੁੰਚ ਨਹੀਂ ਕਰ ਰਹੇ। ਇਸ ਕਰਕੇ ਉਹ ਜਿਹੜਾ ਕਿਤੇ ਨਾ ਕਿਤੇ ਇਹ ਵੀਕਨੈਸ ਉਹਦੀ ਰਹਿ ਜਾਂਦੀ ਹੈ ਕਿ ਨਹੀਂ ਸਿੱਖ ਪਾਉਂਦੇ। ਹਾਂਜੀ, ਨੈਕਸਟ ਪੁਆਇੰਟ ਗੱਲ ਕਰਦਾ, ਥਰੂ ਐਕਸਪੀਰੀਅੰਸ ਐਂਡ ਐਕਟੀਵਿਟੀ, ਮੋਸਟ ਇੰਪੋਰਟੈਂਟ ਪੁਆਇੰਟ ਅੱਜ ਦਾ ਕੁਐਸਚਨ ਵੀ ਪੁੱਛਿਆ ਜਾ ਸਕਦਾ ਇਸ ਤੇ। ਕਿਵੇਂ ਆ ਬੱਚਾ, ਜੇਕਰ ਗੱਲ ਕਰੀਏ ਵਾਈਗੋਸਕੀ ਦੇ ਅਕੋਰਡਿੰਗ, ਸੁਸਾਇਟੀ ਦੇ ਵਿੱਚ ਰਹੇਗਾ ਤਾਂ ਸੁਸਾਇਟੀ ਦੇ ਵਿੱਚ ਐਕਸਪੀਰੀਅੰਸ ਗੇਨ ਕਰੇਗਾ। ਤਾਂ ਐਕਸਪੀਰੀਅੰਸ ਕਿਵੇਂ ਗੇਨ ਕਰੇਗਾ? ਜੇਕਰ ਉਹ ਐਕਟੀਵਿਟੀ ਕਰੇਗਾ। ਮੈਂ ਹੁਣ ਤੁਹਾਨੂੰ ਉਦਾਹਰਨ ਦੇ ਚੁੱਕਿਆ, ਅਗਰ ਬੱਚਾ ਇੱਕ ਕਾਰਨਰ ਦੇ ਉੱਤੇ ਬੈਠਾ ਹੋਇਆ, ਉਹ ਵੀਕ ਹੋਏਗਾ। ਕਿਉਂ ਹੋਏਗਾ? ਕਿਉਂਕਿ ਉਹ ਐਕਟੀਵਿਟੀ ਨਹੀਂ ਕਰ ਰਿਹਾ। ਅਗਰ ਐਕਟੀਵਿਟੀ ਕਰੇਗਾ ਤਾਂ ਐਕਸਪੀਰੀਅੰਸ ਗੇਨ ਕਰੇਗਾ, ਐਕਸਪੀਰੀਅੰਸ ਗੇਨ ਕਰੇਗਾ ਤਾਂ ਉਹਦੀ ਕੀ ਹੋਏਗੀ? ਵਿਕਾਸ ਹੋਏਗਾ, ਡਿਵੈਲਪਮੈਂਟ ਹੋਏਗੀ। ਇਹ ਦੋ ਮੋਸਟ ਇੰਪੋਰਟੈਂਟ ਟੌਪਿਕ ਨੇ। ਇਹ ਅੱਗੇ ਵੀ ਆਪਾਂ ਇਸ ਨੂੰ ਪੜਾਂਗੇ CDP ਦੇ ਵਿੱਚ। ਐਕਸਪੀਰੀਅੰਸ ਐਂਡ ਐਕਟੀਵਿਟੀ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਡਿਸਕਸ ਕੀਤੀਆਂ ਹੋਈਆਂ, ਆਪਾਂ ਅੱਗੇ ਪੜਾਂਗੇ, ਟੈਨਸ਼ਨ ਲਓ, ਬਹੁਤ ਵਧੀਆ ਤਰੀਕੇ ਨਾਲ। ਐਕਸਪੀਰੀਅੰਸ ਐਂਡ ਐਕਟੀਵਿਟੀ, ਦੇਖੋ ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਆਪਾਂ 12 ਲੈਕਚਰ ਡਿਸਕਸ ਕੀਤੇ, ਉਹਦੇ ਵਿੱਚ ਹਰੇਕ ਟੌਪਿਕ ਦੇ ਵਿੱਚ ਮੈਂ ਇਹ ਡਿਸਕਸ ਕੀਤਾ, ਬੱਚਾ ਅਨੁਕਰਨ ਦੇ ਦੁਆਰਾ ਸਿੱਖਦਾ ਹੈ। ਅਨੁਕਰਨ ਦਾ ਮਤਲਬ ਕੀ ਆ? ਬੱਚਾ ਨਕਲ ਕਰਕੇ ਸਿੱਖਦਾ ਹੈ। ਨਕਲ ਕਰਕੇ ਕੀ ਕਰੇਗਾ? ਨਕਲ ਕਿਸ ਚੀਜ਼ ਦੀ ਕਰੇਗਾ? ਕਿਸੇ ਐਕਟੀਵਿਟੀ ਦੀ, ਗਤੀਵਿਧੀਆਂ ਦੀ ਜਾਂ ਕਿਰਿਆ ਦੀ। ਫਿਰ ਉਹ ਜਿਹੜੀ ਗਤੀਵਿਧੀਆਂ ਦੀ ਨਕਲ ਕਰੇਗਾ, ਤੇ ਨਕਲ ਕਰਕੇ ਕੀ ਹੋਏਗਾ? ਐਕਸਪੀਰੀਅੰਸ ਗੇਨ ਕਰੇਗਾ। ਐਕਸਪੀਰੀਅੰਸ ਮਤਲਬ ਕਿ ਅਨੁਭਵ ਗੇਨ ਕਰੇਗਾ। ਅਨੁਭਵ ਤੋਂ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ, ਆਪਾਂ ਨੂੰ ਵੀ ਪਤਾ ਇਹ ਚੀਜ਼ ਵਾਈਗੋਸਕੀ ਦੇ ਅਕੋਰਡਿੰਗ ਗੱਲਬਾਤ ਕਰ ਰਹੇ ਹਾਂ। ਹੁਣ ਗੱਲ ਕਰ ਰਹੇ ਹਾਂ ਕਿ ਵਾਈਗੋਸਕੀ ਨੇ 3 ਜਿਹੜੇ ਕਿ ਇੰਪੋਰਟੈਂਟ ਕੰਪੋਨੈਂਟ ਮੰਨ ਲਵੋ ਜਾਂ ਐਸਪੈਕਟ ਮੰਨ ਲਵੋ, ਜਾਂ ਇਹਦੇ ਜਿਹੜੇ ਕਿ ਭੂਮਿਕਾ ਨਿਭਾ ਰਹੇ ਨੇ ਇਸ ਥਿਊਰੀ ਦੇ ਵਿੱਚ। ਸਭ ਤੋਂ ਕੀ ਹੈ? ਸੋਸ਼ਲ ਇੰਟਰੈਕਸ਼ਨ। ਬੱਚੇ ਦੇ ਵਿੱਚ, ਜਾਂ ਅਗਰ ਤੁਸੀਂ ਵਿਕਾਸ ਚਾਹੁੰਦੇ ਹੋ ਤਾਂ ਸਮਾਜਿਕ ਵਿਚਰਨ ਹੋਣਾ ਚਾਹੀਦਾ ਹੈ, ਸੋਸ਼ਲ ਇੰਟਰੈਕਸ਼ਨ ਹੋਣੀ ਚਾਹੀਦੀ ਹੈ ਬੱਚੇ ਦੀ, ਫਿਰ ਹੀ ਉਹਦਾ ਵਿਕਾਸ ਪੋਸੀਬਲ ਆ। ਦੂਸਰੀ ਹੈ ਭਾਸ਼ਾ। ਮੈਨੂੰ ਲੱਗਦਾ ਇਹ ਪੁਆਇੰਟ ਸਭ ਤੋਂ ਇੰਪੋਰਟੈਂਟ ਹੈ ਇਸ ਥਿਊਰੀ ਦਾ। ਅਗਰ ਕਿਤੇ ਭਾਸ਼ਾ ਐਬਸੈਂਟ ਆ, ਠੀਕ ਹੈ, ਐਬਸੈਂਟ ਹੈ, ਤਾਂ ਇਹ ਨਹੀਂ ਕਹਿ ਸਕਦੇ ਉਹਦਾ ਵਿਕਾਸ ਹੋ ਜਾਏਗਾ। ਬਿਲਕੁਲ ਨਹੀਂ, 1% ਵੀ ਵਿਕਾਸ ਨਹੀਂ ਹੋਏਗਾ। ਆਪਾਂ ਦੇਖਦੇ ਹਾਂ ਪੱਥਰ ਯੁੱਗ ਬਾਰੇ ਪੜ੍ਹਿਆ ਹੈ, ਸਟੋਨ ਏਜ ਦੇ ਬਾਰੇ, ਜਿੱਥੇ ਕਿ ਆਪਾਂ ਨੂੰ ਭਾਸ਼ਾ ਦੇ ਬਾਰੇ ਸਬੂਤ ਨਹੀਂ ਮਿਲਦੇ। ਜਿਹੜੇ ਕਿ ਅਰਲੀ ਸਟੋਨ ਏਜ ਦੀ ਗੱਲ ਕਰੀ, ਉੱਥੇ ਕੀ ਜੰਗਲ ਦੀ ਤਰ੍ਹਾਂ ਰਹਿੰਦੇ ਸੀ, ਜੰਗਲੀ ਲੋਕ ਰਹਿੰਦੇ ਸੀ, ਪਸ਼ੂਆਂ ਨੂੰ ਮਾਰਦੇ ਸੀ। ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਸੀ ਕਿਸੇ ਨਾ ਕਿਸੇ ਕਿਵੇਂ ਬੋਲਣਾ, ਜਾਂ ਉਹਨੂੰ ਕਿਵੇਂ ਸਮਝਾਈਏ ਇਹ ਕੰਮ ਕਰਨਾ, ਇਹ ਨਹੀਂ, ਉਲਝੇ ਰਹਿੰਦੇ ਸੀ। ਉਹਨਾਂ ਨੂੰ ਇੱਕ ਦੂਜੇ ਦੀ ਸਮਝ ਹੀ ਨਹੀਂ ਆਉਂਦੀ ਸੀ। ਇਸ ਕਰਕੇ ਭਾਸ਼ਾ, ਅਗਰ ਬੱਚਾ ਕੋਈ ਸਿੱਖੇਗਾ ਤਾਂ ਭਾਸ਼ਾ ਤੋਂ ਹੀ ਸਿੱਖੇਗਾ। ਅਗਰ ਵਿਕਾਸ ਹੋਏਗਾ ਤਾਂ ਭਾਸ਼ਾ ਦਾ ਮੁੱਖ ਭੂਮਿਕਾ ਰਹੇਗੀ। ਇਹਦੇ 'ਚ ਮੁੱਖ ਭੂਮਿਕਾ ਜਾਂ ਰੋਲ, ਇਹਦੇ ਵਿੱਚ ਮੁੱਖ ਰੋਲ ਅਦਾ ਕਰੇਗੀ ਭਾਸ਼ਾ, ਠੀਕ ਹੈ। ਲੈਂਗੁਏਜ ਤਾਂ ਇਹਦਾ ਵੀ ਕੀ ਹੈ ਕਿ ਸੋਸ਼ਲ ਕਲਚਰ ਦੀ ਗੱਲ ਕਰ ਰਹੇ ਆ, ਤਾਂ ਸੋਸ਼ਲ ਕਲਚਰ ਦੇ ਵਿੱਚ ਆਪਾਂ ਲੈਂਗੁਏਜ ਨੂੰ ਸਕਿਪ ਨਹੀਂ ਕਰ ਸਕਦੇ। 3 ਕੰਪੋਨੈਂਟ ਦੀ ਗੱਲ ਕੀਤੀ ਹੈ, ਸੋਸ਼ਲ ਇੰਟਰੈਕਸ਼ਨ, ਦੂਸਰਾ ਹੈ ਲੈਂਗੁਏਜ ਜਾਂ ਭਾਸ਼ਾ, ਤੀਸਰਾ ਹੈ ਸੱਭਿਆਚਾਰ। ਸੱਭਿਆਚਾਰ ਮਤਲਬ ਕਲਚਰ। ਮੈਂ ਤੁਹਾਨੂੰ ਦੱਸਿਆ ਹੈ ਕਲਚਰ ਦਾ ਮਤਲਬ ਕੀ ਹੈ। ਕਲਚਰ ਆਪਾਂ ਨੂੰ ਬਹੁਤ ਸਾਰੀਆਂ ਇੱਦਾਂ ਦੇ ਜਿਹੜੇ ਕਿ ਗੁਣ ਆਗੁਣ ਕੈਰੀ ਕਰਕੇ ਲੈ ਕੇ ਆਉਂਦਾ, ਜਿਹੜਾ ਕਿ ਆਪਣੇ ਤੋਂ ਆਪਾਂ ਨੂੰ ਆਪਣੇ ਪੇਰੈਂਟਸ ਤੋਂ ਮਿਲਦੇ ਨੇ, ਪੇਰੈਂਟਸ ਤੋਂ ਮਿਲਦੇ ਨੇ, ਆਪਣੇ ਮਾਪਿਆਂ ਤੋਂ ਮਿਲਦੇ ਨੇ। ਆਪਾਂ ਇਹ ਵੀ ਸੁਣਦੇ ਆ ਨਾ, ਅਗਰ ਤੁਹਾਡਾ ਜਿਹੜਾ ਪਰਵਰਿਸ਼ ਆ ਬਹੁਤ ਚੰਗੀ ਹੋਵੇਗੀ, ਤੁਹਾਡੇ ਮਾਪਿਓ ਚੰਗੇ ਹੋਣਗੇ ਤਾਂ ਤੁਹਾਡੀ ਪਰਵਰਿਸ਼ ਚੰਗੀ ਹੋਊਗੀ, ਤੁਹਾਡੇ ਮਾਤਾ ਪਿਤਾ ਪੜ੍ਹੇ ਹੋਣਗੇ ਤਾਂ ਤੁਸੀਂ ਵੀ ਪੜ੍ਹੇ ਹੋਵੋਗੇ, ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਜੌਬ ਲੱਗ ਜਾਓਗੇ। ਇਹ ਚੀਜ਼ਾਂ ਆਪਾਂ ਅਕਸਰ ਦੇਖਦੇ ਆਏ ਹਾਂ। ਆਪਣੇ ਕਹਿੰਦੇ ਵੀ ਤੁਹਾਡਾ ਯਾਰ ਪਰਵਰਿਸ਼ ਬਹੁਤ ਵਧੀਆ ਹੋਈ ਹੈ, ਇਹ ਚੀਜ਼ਾਂ ਬਸ ਤੁਸੀਂ ਕਲਚਰ ਦੇ ਨਾਲ ਜੋੜ ਲਓ। ਕਲਚਰ ਕੀ ਕਰਦਾ? ਕੈਰੀ ਕਰਦਾ ਉਹ ਚੀਜ਼ਾਂ ਨੂੰ, ਗੁਣ ਆਗੁਣਾਂ ਨੂੰ ਕੈਰੀ ਕਰਕੇ ਨੈਕਸਟ ਜਨਰੇਸ਼ਨ ਤੱਕ ਲੈ ਕੇ ਆਉਂਦਾ। ਬਸ ਇੱਥੇ ਕਿ 3 ਕੰਪੋਨੈਂਟ ਖਤਮ ਹੈ। ਸੁਸਾਇਟੀ ਦੇ ਵਿੱਚ ਕੀ ਚੀਜ਼ ਕੈਰੀ ਕਰਦਾ ਹੈ ਤਾਂ ਉਹ ਕਲਚਰ ਕਰਦਾ ਹੈ। ਕੀ ਕੈਰੀ ਕਰਦਾ ਹੈ? ਉਹ ਕੀ ਕਰਦਾ ਆ? ਉਹਦੇ ਗੁਣ ਔਗੁਣ ਕੈਰੀ ਕਰਕੇ ਨੈਕਸਟ ਜਨਰੇਸ਼ਨ ਤੱਕ ਪਹੁੰਚਾਉਂਦਾ ਹੈ। ਮੋਸਟ ਇੰਪੋਰਟੈਂਟ ਟੌਪਿਕ ਨੇ ਇਹ। ਹਾਂਜੀ, ਕੁਝ ਐਸਪੈਕਟ ਦੀ ਗੱਲ ਕਰਾਂਗੇ ਜਿਹੜਾ ਹੁਣ ਆਪਾਂ ਪਹਿਲਾਂ ਹੀ ਦੇਖ ਚੁੱਕੇ ਹਾਂ। ਇਹਦੇ ਵਿੱਚ ਗੱਲ ਕਰਦੇ ਆ ਫੰਡਾਮੈਂਟਲ ਰੋਲ ਅਦਾ ਕਰਦਾ ਆ। ਦੇਖੋ, ਸੋਸ਼ਲ ਸੁਸਾਇਟੀ ਜਾਂ ਆਪਾਂ ਕਲਚਰ ਦੀ ਗੱਲ ਕਰੀਏ, ਫੰਡਾਮੈਂਟਲ ਰੋਲ ਅਦਾ ਕਰਦਾ। ਉਹਦੇ ਨਾਲ ਕੀ ਕੋਗਨੈਟਿਵ ਡਿਵੈਲਪਮੈਂਟ ਹੁੰਦੀ ਹੈ, ਦੇਖਣ ਨੂੰ ਮਿਲੀ ਹੈ। ਕਿਉਂ ਹੁੰਦੀ ਹੈ? ਕਿਉਂਕਿ ਸੋਸ਼ਲ ਇੰਟਰੈਕਸ਼ਨ ਉਹਦੇ ਵਿੱਚ ਪਾਈ ਜਾਂਦੀ ਹੈ। ਜੇਕਰ ਸੋਸ਼ਲ ਇੰਟਰੈਕਸ਼ਨ ਹੋਏਗੀ ਤਾਂ ਹੀ ਉਹ ਤਾਂ ਕੋਗਨੈਟਿਵ ਡਿਵੈਲਪਮੈਂਟ ਹੋਏਗੀ। ਇਹ ਪੋਸੀਬਲ ਹੈ। ਅਗਰ ਨਹੀਂ ਹੋਵੇਗੀ, ਸੋਸ਼ਲ ਇੰਟਰੈਕਸ਼ਨ ਨਾ ਹੋਈ, ਤਾਂ ਬੌਧਿਕ ਵਿਕਾਸ ਨਹੀਂ ਹੋਏਗਾ। ਇਹ ਬੁਨਿਆਦ ਆ ਜੀ, ਬੌਧਿਕ ਵਿਕਾਸ ਦੀ ਬੁਨਿਆਦ ਆ ਸਮਾਜਿਕ ਵਿਚਰਨਾ। ਅਗਰ ਸਮਾਜਿਕ ਵਿਚਰਨਾ, ਭਾਸ਼ਾ ਤੇ ਆਪਾਂ ਗੱਲ ਕਰ ਚੁੱਕੇ ਹਾਂ ਵੀ ਭਾਸ਼ਾ ਬਹੁਤ ਜ਼ਰੂਰੀ ਹੈ ਅਗਰ ਕੋਈ ਵੀ ਚੀਜ਼ ਸਿੱਖਣੀ ਹੈ। ਬਿਨਾਂ ਭਾਸ਼ਾ ਤੋਂ, ਬਿਨਾਂ ਸਕ੍ਰਿਪਟ ਤੋਂ ਆਪਾਂ ਕਿਸੇ ਵੀ ਬਾਰੇ ਨਹੀਂ ਬੋਲ ਸਕਦੇ। ਤੇ ਬੱਚੇ ਅਗਰ ਭਾਸ਼ਾ ਨਹੀਂ ਸਿਖਾਵਾਂਗੇ ਤਾਂ ਬੱਚੇ ਜਿਹੜੇ ਬੋਲੇ ਜਾਂ ਜਿਹੜੇ ਗੂੰਗੇ ਹੋਣਗੇ, ਹਨਾ, ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਸੀ ਬੋਲਣਾ ਕੀ ਹੈ।
ਉਸ ਤੋਂ ਬਾਅਦ ਕਲਚਰ ਸੋਸਾਇਟੀ ਪਲੇਅਰ ਸੈਂਟਰ ਰੋਲ ਆਪਾਂ ਪਹਿਲੇ ਡਿਸਕਸ ਕਰ ਚੁੱਕੇ ਆ। ਸੱਭਿਆਚਾਰ ਤੇ ਸਮਾਜ ਕੇਂਦਰੀ ਭੂਮਿਕਾ ਨਿਭਾ ਰਿਹਾ ਇੱਥੇ, ਬਿਲਕੁਲ ਆਪਾਂ ਨੂੰ ਪਤਾ ਹੈ। ਅਗਰ ਇਹਦੇ ਵਿੱਚੋਂ ਕਲਚਰ ਸਕਿਪ ਹੈ, ਐਬਸੈਂਟ ਹੈ, ਤਾਂ ਸੋਸਾਇਟੀ ਇਕੱਲਾ ਰੋਲ ਅਦਾ ਨਹੀਂ ਕਰੇਗੀ। ਅਗਰ ਇਹਦੇ ਵਿੱਚ ਕਲਚਰ ਹੈ ਤਾਂ ਸੋਸਾਇਟੀ ਨਹੀਂ ਹੈ, ਸੋਸਾਇਟੀ ਐਬਸੈਂਟ ਹੈ, ਤਾਂ ਇਹਦਾ ਮਤਲਬ ਹੈ ਵੀ ਉਹਦਾ ਵਿਕਾਸ ਨਹੀਂ ਹੋਏਗਾ। ਤੇ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਕਿ ਬੱਚੇ ਨੂੰ ਕੀ ਆ ਮੀਨਿੰਗਫੁਲ ਬਣਾ ਦਿੰਦੇ ਆ, ਮੀਨਿੰਗਫੁਲ ਐਂਡ ਮੇਕਿੰਗ ਮੀਨਿੰਗ, ਉਹਦਾ ਅਰਥ ਗ੍ਰਹਿਣ ਪਤਾ ਲੱਗ ਜਾਂਦਾ, ਅਰਥ ਭਰਪੂਰ ਬਣਾਉਂਦੇ ਆ ਬੱਚੇ ਨੂੰ। ਇਹ ਚੀਜ਼ਾਂ ਆਪਾਂ ਡਿਸਕਸ ਕਰ ਚੁੱਕੇ ਆ। ਉਸ ਤੋਂ ਬਾਅਦ ਕੀ ਹੈ, ਇਹ ਵੀ ਚੀਜ਼ ਆਪਾਂ ਡਿਸਕਸ ਕਰ ਚੁੱਕੇ ਆ, ਇਹ ਵੀ ਥੋੜਾ ਜਿਹਾ ਰਿਪੀਟ ਕੀਤਾ ਕਿ ਸੋਸ਼ਲ ਲਰਨਿੰਗ ਦਾ ਟ੍ਰੈਂਡ ਆ ਜਿਹੜਾ ਉਹ ਡਿਵੈਲਪਮੈਂਟ ਤੱਕ ਜਾਂਦਾ ਹੈ। ਅਗਰ ਡਿਵੈਲਪਮੈਂਟ ਜਾਂ ਵਿਕਾਸ ਦੀ ਗੱਲ ਕਰਦੇ ਆ, ਵਿਕਾਸ ਉਹਦੀ ਹੋਏਗਾ ਜੇਕਰ ਬੱਚਾ ਸੁਸਾਇਟੀ ਤੋਂ ਬਹੁਤ ਚੀਜ਼ਾਂ ਕੁਝ ਸਿੱਖੇਗਾ, ਸੋਸ਼ਲ ਲਰਨਿੰਗ ਕਰੇਗਾ, ਬੱਚਾ ਸਮਾਜ ਦੇ ਵਿੱਚ ਸਿਖਲਾਈ ਲਏਗਾ। ਜੇਕਰ ਬੱਚਾ ਸਮਾਜ ਦੇ ਵਿੱਚ ਸਿਖਲਾਈ ਨਹੀਂ ਲਏਗਾ ਤਾਂ ਬੱਚਾ ਕੁਝ ਵੀ ਨਹੀਂ ਸਿੱਖ ਸਕਦਾ। ਇਹ ਚੀਜ਼ਾਂ ਧਿਆਨ 'ਚ ਰੱਖਿਓ, ਕੁਐਸਚਨ ਪੁੱਛੇ ਜਾ ਸਕਦੇ ਨੇ। ਮੋਸਟ ਇੰਪੋਰਟੈਂਟ ਇਸ ਥਿਊਰੀ ਦਾ ਮੋਸਟ ਇੰਪੋਰਟੈਂਟ ਜਿਹੜੇ ਟਰਮਾਂ ਆਪਣੇ ਕੋਲ ਪਹੁੰਚ ਚੁੱਕੀਆਂ ਨੇ ਤੇ ਆਪਾਂ ਨੂੰ ਡਿਸਕਸ ਕਰਾਂਗੇ। ਕੀ ਚੀਜ਼ਾਂ ਕੀਤੀਆਂ? ਜ਼ੋਨ ਆਫ ਪ੍ਰੋਕਸੀਮਿਸਟ, ਹਾਂਜੀ, ਜ਼ੋਨ ਆਫ ਪ੍ਰੋਕਸੀਮਿਲਰ ਡਿਵੈਲਪਮੈਂਟ, ਹਾਂਜੀ, ਨਜ਼ਦੀਕੀ ਵਿਕਾਸ ਖੇਤਰ ਦੀ ਗੱਲ ਕਰਦੇ ਆ, ਜਿਸ ਨੂੰ ZPD ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਤਾਂ ਇਹ ਕੀ ਆ, ਕਿਉਂਕਿ ਕੁਐਸਚਨ ZPD ਦੇ ਵੀ ਉੱਤੇ ਆਉਂਦੇ ਨੇ। ਹੁਣ ਇਹ ਕੀ ਆ ਉਹਨੂੰ ਵੀ ਡਿਸਕਸ ਕਰਾਂਗੇ। ਸਕੈਪ ਹੋਲਡਿੰਗ ਕੀ ਆ ਐਂਡ ਮੋਰ ਨੌਲੇਜੇਬਲ ਅਦਰ, ਜਾਂ ਹੋਰ ਵਿਗਿਆਨਿਕ ਜਿਹੜਾ ਹੋਰ ਵੀ ਬਹੁਤ ਸਾਰਾ ਕੁਝ ਜਾਣਦਾ ਹੋਵੇ ਉਹ ਹੈ। ਦੇਖੋ ਜ਼ੋਨ ਆਫ ਪ੍ਰੋਕਸੀਮਿਲਰ ਜਿਹੜੇ ਕਿ ਡਿਵੈਲਪਮੈਂਟ ਆ ਉਹਦੀ ਗੱਲ ਕਰਦੇ ਆ ZPD ਦੀ, ਤਾਂ ਇਹ ਕੀ ਹੈ ਕਿ ਇੱਕ ਉਹ ਜ਼ੋਨ ਹੈ ਜਿੱਥੇ ਕਿ ਬੱਚਾ ਸਿੱਖ ਸਕਦਾ ਹੈ। ਇਹ ਜ਼ੋਨ ਦਾ ਮਤਲਬ ਉਹ ਏਰੀਆ ਮੰਨ ਲਓ। ਹੁਣ ਇਹਦੇ ਵਿੱਚ ਇੱਥੇ ਕਿ ਸਮਝ ਲਓ ਕਿ ਉਹ ਏਰੀਆ ਜਿੱਥੇ ਕਿ ਬੱਚਾ ਸਿੱਖ ਸਕਦਾ ਹੈ। ਤਾਂ ਬੱਚਾ ਇੱਕ ਥਾਂ ਤੇ ਜਾ ਕੇ ਸਿੱਖੇਗਾ, ਕਿਵੇਂ ਸਿੱਖੇਗਾ ਉਹ ਆਪਾਂ ਨੈਕਸਟ ਕਰਦੇ ਹਾਂ, ਇਹਨੂੰ ਡਿਟੇਲ ਦੇ ਨਾਲ ਪੜ੍ਹਨ ਵਾਲੇ ਆ। ਠੀਕ ਹੈ ਜੀ, ਹਾਂਜੀ, ਇਹਨੂੰ ਵੀ ਗਾਂ ਜਿਹੜਾ ਕਿ ਆਪਾਂ ਇੱਕ ਗ੍ਰਾਫ ਦੇ ਥਰੂ ਦੱਸਾਂਗੇ। ਹਾਂਜੀ, ਪ੍ਰੋਕਸੀਮਲ ਨੂੰ ਆਪਾਂ ਬਾਅਦ ਚ ਡਿਸਕਸ ਕਰਾਂਗੇ ਕਿਉਂਕਿ ZPD ਦੇ ਬਾਰੇ ਆਪਾਂ ਡਿਟੇਲ ਦੇ ਨਾਲ ਪੜਾਂਗੇ। ਅਗਰ ਤੁਹਾਨੂੰ ਇਸ ਦੇ ਬਾਰੇ ਨਹੀਂ ਪਤਾ, ਫਿਰ ਸਕੈਪ ਫੋਲਡਿੰਗ ਬਾਰੇ ਨਹੀਂ ਪਤਾ ਹੋਏਗਾ। ਅਗਰ ਸਕੈਪ ਫੋਲਡਿੰਗ ਤੁਹਾਨੂੰ ਨਹੀਂ ਪਤਾ ਤਾਂ ਮੋਰ ਨੌਲੇਜੇਬਲ ਨਹੀਂ ਤੁਸੀਂ ਕਰ ਸਕਦੇ, ਇਹਨੂੰ ਨਹੀਂ ਸਮਝ ਸਕਦੇ। ਠੀਕ ਹੈ, ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ, ਹਾਂਜੀ, ਜਦੋਂ ਲਰਨਰ ਹੈ ਜਾਂ ਕੋਈ ਵੀ ਬੱਚਾ ਹੈ, ਚਾਈਲਡ ਹੈ, ਉਹ ਇੱਕ ਏਰੀਆ ਰਹਿੰਦਾ। ਇਹ ਏਰੀਆ ਇਹਦੇ ਵਿੱਚ ਰਹਿ ਕੇ ਬੱਚਾ ਕਿਸੇ ਦੀ ਬਿਨਾਂ ਹੈਲਪ ਤੋਂ, ਬਿਨਾਂ ਸਹਾਇਤਾ ਤੋਂ ਇੱਥੇ ਸਿੱਖ ਸਕਦਾ ਹੈ। ਇਹ ਜਿਹੜੀ ਜ਼ੋਨ ਹੈ ਇੱਥੇ ਕੀ ਬੱਚਾ ਕਿਸੇ ਦੀ ਬਿਨਾਂ ਸਹਾਇਤਾ ਤੋਂ ਸਿੱਖ ਸਕਦਾ ਹੈ। ਇੱਥੇ ਕੀ ਸਿੱਖਣ ਦਾ ਏਰੀਆ ਹੈ ਜਾਂ ਖੇਤਰ ਹੈ ਜਿੱਥੇ ਕਿ ਬੱਚਾ ਸਿੱਖ ਸਕਦਾ ਹੈ ਬਿਨਾਂ ਕਿਸੇ ਦੀ ਮਦਦ ਤੋਂ, ਬਿਨਾਂ ਕਿਸੇ ਦੀ ਮਦਦ ਤੋਂ। ਇੱਥੇ ਕਿਸੇ ਦੀ ਵੀ ਕੋਈ ਮਦਦ ਦੀ ਲੋੜ ਨਹੀਂ ਹੈ। ਇਹ ਵਾਲੇ ਏਰੀਏ 'ਚ ਬੱਚਾ ਆਪ ਹੀ ਬਹੁਤ ਆਸਾਨੀ ਦੇ ਨਾਲ ਸਿੱਖ ਲੈਂਦਾ, ਆਪਣੀਆਂ ਮੁਸ਼ਕਲਾਂ ਦਾ ਹੱਲ ਲੱਭ ਲੈਂਦਾ। ਪ੍ਰੋਬਲਮ ਸੋਲਵਿੰਗ ਇੱਥੇ ਪਾਵਰ ਹੁੰਦੀ ਆ ਬੱਚੇ ਕੋਲੇ, ਕਿਉਂਕਿ ਉਹਦੀ ਜਿਹੜੀ ਕੀ ਆ ਇੰਨੀ ਕੁ ਕਪੈਸਿਟੀ ਆ ਜਾਂ ਇੰਨਾ ਕਿ ਉਹਦੇ 'ਚ ਕੁਆਲਿਟੀਜ਼ ਪਾਈਆਂ ਜਾਂਦੀਆਂ ਕਿ ਇੰਨਾ ਕੁ ਉਹ ਆਪਣਾ ਕੰਮ ਕਰ ਸਕਦਾ ਹੈ। ਅਗਰ ਗੱਲ ਕਰੀਏ ਹੁਣ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਦੀ, ਤਾਂ ਉਸ ਦੇ ਬਾਰੇ ਦੇਖੋ। ਉਹ ਇਹ ਵਾਲਾ ਏਰੀਆ ਜੀ, ਇੰਨਾ ਏਰੀਆ ਇਹ ਵਾਲਾ, ਹੁਣ ਇੱਥੋਂ ਤਾਂ ਬੱਚਾ ਸਿੱਖ ਲਿਆ। ਹੁਣ ਇੱਥੋਂ ਤੱਕ ਤਾਂ ਸੀਮਤ ਨਹੀਂ ਰਹੇਗਾ ਨਾ ਬੱਚਾ। ਆਪਾਂ ਦੇਖਦੇ ਹਾਂ ਵਿਕਾਸ ਜਿਹੜਾ ਇੱਕ ਥਾਂ ਤੇ ਨਹੀਂ ਰਹਿੰਦਾ, ਸੀਮਤ ਨਹੀਂ ਰਹਿੰਦਾ, ਅਸੀਮਤ ਆ। ਠੀਕ ਹੈ ਜੀ, ਜਿਹਦੀ ਸੀਮਾ ਹੀ ਕੋਈ ਨਹੀਂ, ਅਸੀਮਤ ਆ। ਕੀ ਵਿਕਾਸ, ਇਹ ਯਾਦ ਰੱਖਿਓ। ਅਗਰ ਵਿਕਾਸ ਦਾ ਮਤਲਬ ਪੁੱਛਿਆ ਗਿਆ ਤਾਂ ਤੁਸੀਂ ਕਹੋਗੇ ਅਸੀਮਤ ਆ, ਇਹਦੀ ਕੋਈ ਵੀ ਸੀਮਾ ਨਹੀਂ ਹੁੰਦੀ। ਤਾਂ ਵਿਕਾਸ ਦਾ ਕੀ ਹੈ, ਇੱਥੋਂ ਤਾਂ ਬੱਚਾ ਸਿੱਖ ਗਿਆ, ਹੁਣ ਇੱਥੋਂ ਤੱਕ ਤਾਂ ਹੁਣ ਅੱਗੇ ਵੀ ਸਿੱਖੇਗਾ ਨਾ, ਵੱਡਾ ਹੋਏਗਾ ਹੋਰ ਵੀ ਚੀਜ਼ਾਂ ਸਿੱਖੇਗਾ। ਇਹ ਜਿਹੜਾ ਏਰੀਆ ਗਾ, ਇਹ ਵਾਲਾ ਏਰੀਆ ਸਾਰਾ, ਇਹ ਵਾਲਾ, ਇਹ ਕੀ ਆ, ਇਸ ਏਰੀਆ ਨੂੰ ਹੀ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਕਿਹਾ ਜਾਂਦਾ ਹੈ। ਇਸ ਦਾ ਕੀ ਮਤਲਬ ਆ ਕਿ ਇੱਥੇ ਬੱਚਾ ਆਪਣੇ ਆਪ ਨਹੀਂ ਸਿੱਖ ਸਕਦਾ, ਇੱਥੇ ਬੱਚੇ ਨੂੰ ਕਿਸੇ ਦੀ ਮਦਦ ਦੀ ਲੋੜ ਪਏਗੀ, ਜਾਂ ਫਿਰ ਕਹਿ ਸਕਦੇ ਆ ਹੈਲਪ ਦੀ ਲੋੜ ਪਏਗੀ। ਇਹ ਵਾਲੇ ਏਰੀਏ 'ਚ ਇਹਨੂੰ ਕੀ ਕਹਾਂਗੇ, ਲਰਨਰ ਕੈਨ ਡੂ ਵਿਦ ਗਾਈਡੈਂਸ। ਹੁਣ ਜੀ ਗਾਈਡੈਂਸ ਦਾ ਮਤਲਬ ਕਿ ਇੱਥੇ ਕਿਸੇ ਦੀ ਸਹਾਇਤਾ, ਕਿਸੇ ਦਾ ਜਿਹੜਾ ਕੋਆਰਡੀਨੇਸ਼ਨ ਚਾਹੀਦਾ, ਕੋਆਪਰੇਸ਼ਨ ਚਾਹੀਦਾ, ਤਾਂ ਜੋ ਬੱਚਾ ਇੱਥੇ ਸਿੱਖ ਸਕੇ। ਹੁਣ ਜਿਹੜਾ ਆਪਾਂ ਬੱਚੇ ਨੂੰ ਇੱਥੋਂ ਤੱਕ ਪਹੁੰਚਾਉਣਾ, ਮੰਨ ਲਓ ਇੱਥੋਂ ਤੱਕ ਤਾਂ ਬੱਚਾ ਸੈਂਟਰ ਆ, ਇੱਥੋਂ ਤੱਕ ਤਾਂ ਪਹੁੰਚ ਗਿਆ, ਇਹ ਵਾਲੇ ਏਰੀਏ 'ਚ ਤਾਂ ਪਹੁੰਚ ਗਿਆ। ਹਾਂਜੀ, ਇਹਨੂੰ ਮਿਟੇ ਦਿੰਦੇ ਆਪਾਂ। ਹੁਣ ਤੁਹਾਨੂੰ ਪਤਾ ਲੱਗ ਜਾਏਗਾ ਕਿਉਂਕਿ ਇਹ ਚੀਜ਼ਾਂ ਥੋੜ੍ਹੀਆਂ ਧਿਆਨ ਨਾਲ, ਕਿਉਂਕਿ ਮੋਸਟ ਇੰਪੋਰਟੈਂਟ ਹੈ। ਦੇਖੋ ਬੱਚਾ ਇੱਥੋਂ ਸਟਾਰਟ ਕੀਤਾ, ਇੱਥੋਂ ਤੱਕ ਪਹੁੰਚ ਗਿਆ ਮੁਸੀਬਤਾਂ ਦਾ ਹੱਲ ਕਰਦਾ ਹੋਇਆ। ਹੁਣ ਇੱਥੋਂ ਤੱਕ ਪਹੁੰਚਣਾ ਬੱਚੇ ਨੇ, ਹੁਣ ਇੱਥੋਂ ਤੱਕ ਇਹ ਰਸਤਾ ਬਣਦਾ ਇੰਨਾ, ਇਹ ਵਾਲਾ ਰਸਤਾ ਇੰਨਾ ਬਣਦਾ। ਹੁਣ ਬੱਚਾ ਇੱਥੋਂ ਤੱਕ, ਮੰਨ ਲਓ ਇਹ ਪੁਲ ਹੈ, ਇਹ ਪੁਲ ਹੈ, ਇਹ ਪੁਲ ਪਾਰ ਨਹੀਂ ਹੋਣਾ, ਇੱਥੋਂ ਤੱਕ ਤਾਂ ਪਹੁੰਚ ਗਿਆ ਬੱਚਾ। ਬਾਕੀ ਏਰੀਆ ਬੱਚਾ ਇੰਨਾ ਪੁਲ ਹੈ ਤੇ ਇੱਥੋਂ ਤੱਕ ਜਾਣਾ। ਹੁਣ ਕੀ ਹੋਏਗੀ, ਇੱਥੇ ਬੱਚੇ ਨੂੰ ਕਿਸੇ ਦੀ ਹੈਲਪ ਦੀ ਲੋੜ ਹੋਏਗੀ ਇਹ ਪੁਲ ਪਾਰ ਕਰਨ ਦੇ ਲਈ। ਵੈਸੇ ਦੱਸ ਰਿਹਾ ਤੁਹਾਨੂੰ, ਇਹ ਤਾਂ ਪਾਰ ਕਰਨਾ ਇਹ ਪੁਲ ਦੇ ਨਾਲ ਐਗਜ਼ਾਮਪਲ ਦੇ ਕੇ, ਠੀਕ ਹੈ। ਇੱਥੇ ਕਿਸੇ ਦੀ ਹੈਲਪ ਹੋਏਗੀ ਤੇ ਉਹ ਹੈਲਪ ਦੇ ਕੇ ਬੱਚਾ ਇਹ ਪੁਲ ਪਾਰ ਕਰਕੇ ਇੱਥੋਂ ਤੱਕ, ਇਹ ਪੁਆਇੰਟ ਤੱਕ ਪਹੁੰਚ ਜਾਏਗਾ।
ਇਹ ਸਾਰਾ ਪ੍ਰੋਸੈਸ ਤੱਕ ਹੋ ਗਿਆ। ਇਸ ਨੂੰ ਕੀ ਕਹਾਂਗੇ, ਜਿੱਥੇ ਬੱਚੇ ਨੂੰ ਹੈਲਪ ਦੀ ਲੋੜ ਪਏਗੀ ਉਸ ਨੂੰ ਕੀ ਕਹਾਂਗੇ, ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਕਹਾਂਗੇ, ZPD ਦੇ ਨਾਮ ਨਾਲ ਜਿਸ ਨੂੰ ਜਾਣਦੇ ਆ। ਹੁਣ ਜਿਹੜੀ ਇੱਥੇ ਹੈਲਪ ਦਿੱਤੀ ਆ, ਬੱਚੇ ਨੂੰ ਇੱਥੇ ਹੈਲਪ ਦਿੱਤੀ ਆ, ਇੱਥੇ ਮਦਦ ਦੀ ਲੋੜ ਪਈ ਆ, ਉਸ ਨੂੰ ਕੀ ਕਹਾਂਗੇ, ਸਕੈਫੋਲਡਿੰਗ। ਸਕੈਫੋਲਡਿੰਗ, ਠੀਕ ਹੈ ਜੀ। ਇੱਥੇ ਤੁਸੀਂ ਸਮਝੋ ਸਕੈਫੋਲਡਿੰਗ ਨੂੰ। ਹੁਣ ਆਪਾਂ ਅੱਗੇ ਕਰਾਂਗੇ। ਇਹ ਜਿਹੜਾ ਇੱਥੇ ਜਿਹੜੀ ਹੈਲਪ ਦੀ ਲੋੜ ਆ, ਆਪਾਂ ਕਿਸੇ ਨੂੰ ਸਹਾਰਾ ਦਿੱਤਾ ਇੱਥੇ, ਤਾਂ ਇੱਥੋਂ ਤੱਕ ਪਹੁੰਚ ਗਿਆ, ਇਹ ਪੁਆਇੰਟ ਤੱਕ ਬੱਚਾ ਪੁਆਇੰਟ ਤੱਕ ਪਹੁੰਚਣਾ ਸੀ, ਪਹੁੰਚ ਗਿਆ, ਇੱਥੋਂ ਤੱਕ ਚੱਲਿਆ, ਇੱਥੋਂ ਤੱਕ ਪਹੁੰਚ ਗਿਆ। ਇੱਥੇ ਹੈਲਪ ਦੀ ਲੋੜ ਪਈ ਆ, ਹੈਲਪ ਨੂੰ ਕੀ ਕਹਾਂਗੇ, ਸਕੈਫੋਲਡਿੰਗ ਕਹਾਂਗੇ। ਇੱਥੋਂ ਤੱਕ ਕਿ ਮੈਨੂੰ ਨਹੀਂ ਲੱਗਦਾ ਹੁਣ ਤੁਹਾਡਾ ਕੋਈ ਡਾਊਟ ਰਹਿ ਗਿਆ ਹੋਵੇ। ਉਸ ਤੋਂ ਬਾਅਦ ਤੁਸੀਂ ਕਹੋਗੇ ਬੱਚੇ ਨੇ ਇੱਥੇ ਤੱਕ ਪਹੁੰਚਣਾ, ਇੱਥੋਂ ਤੱਕ ਤਾਂ ਪਹੁੰਚਣਾ ਬਹੁਤ ਮੁਸ਼ਕਿਲ ਆ। ਹੁਣ ਇੱਥੋਂ ਤੱਕ ਪਹੁੰਚਣਾ ਬੱਚੇ ਨੇ ਬਹੁਤ ਮੁਸ਼ਕਿਲ ਹੈ ਇੱਥੋਂ ਤੱਕ, ਕਿਉਂਕਿ ਇੱਥੋਂ ਤੱਕ ਤਾਂ ਬੱਚੇ ਨੇ ਸੋਲਵ ਕਰ ਲਈਆਂ ਖੁਦ, ਇੱਥੇ ਆਪਾਂ ਕਰਤੀਆਂ ਉਹਦੀਆਂ ਜਿਹੜੀਆਂ ਕਿ ਹੈਲਪ ਦੀ ਲੋੜ ਸੀ ਜਾਂ ਕੋਈ ਵੀ ਪ੍ਰੋਬਲਮ ਸੀ ਉਹਨੂੰ ਆਪਾਂ ਹੱਲ ਕਰਤਾ, ਠੀਕ ਆ। ਹੁਣ ਇੱਥੇ ਕੌਣ ਕਰੇਗਾ, ਇੱਥੇ ਕੋਈ ਵੀ ਨਹੀਂ ਹੁੰਦਾ, ਇੱਥੋਂ ਤੱਕ ਬੱਚਾ ਜਾ ਵੀ ਨਹੀਂ ਸਕਦਾ। ਇਸ ਕਰਕੇ ਲਰਨਰ ਕੈਨ ਨੋਟ ਡੂ, ਇੱਥੇ ਕੁਝ ਵੀ ਨਹੀਂ, ਇਹ ਵਾਲੇ ਏਰੀਏ 'ਚ ਬੱਚਾ ਕੁਝ ਵੀ ਨਹੀਂ ਕਰ ਸਕਦਾ ਵਾਈਗੋਸਕੀ ਦੀ ਥਿਊਰੀ ਦੇ ਅਕੋਰਡਿੰਗ। ਹਾਂਜੀ, ਨੈਕਸਟ ਚੱਲਦੇ ਆ। ਨੈਕਸਟ ਆਪਣਾ ਇੱਥੋਂ ਤੱਕ ਇਹ ਕੰਪਲੀਟ ਹੈ। ਹੁਣ ਆਪਾਂ ਇਹਨੂੰ ਡਿਟੇਲ ਦੇ ਨਾਲ ਪੜ੍ਹਦੇ ਆ। ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਨੂੰ ਜਾਣਦੇ ਆ। ਆਪਾਂ ਪਹਿਲੇ ਡਿਸਕਸ ਕਰ ਚੁੱਕੇ ਆ, ਉਹ ਜ਼ੋਨ ਆ ਜਿੱਥੇ ਕਿ ਬੱਚੇ ਨੂੰ ਕਿਸੇ ਦੀ ਹੈਲਪ ਦੀ ਲੋੜ ਪੈਂਦੀ ਆ ਤੇ ਉਹ ਹੈਲਪ ਦੇ ਕੇ ਬੱਚਾ ਅੱਗੇ ਜਾ ਸਕਦਾ ਹੈ। ਜਿਵੇਂ ਕਿ ਇੱਕ ਅਧਿਆਪਕ ਲਗਾ ਲਓ, ਬੱਚਾ ਫੇਲ ਹੋ ਰਿਹਾ ਵਾਰੀ-ਵਾਰੀ, ਤਾਂ ਉਹਨੂੰ ਇੱਕ ਗਾਈਡੈਂਸ ਦਿੱਤੀ ਆ, ਉਹਨੂੰ ਪੜ੍ਹਾਇਆ, ਅਲੱਗ ਤੋਂ ਪੜ੍ਹਾਇਆ, ਥੋੜੀ ਜਿਹੀ ਹੈਲਪ ਕੀਤੀ ਆ, ਉਹਨੂੰ ਸਮਝਾਇਆ ਸਵਾਲ ਇਸ ਤਰ੍ਹਾਂ, ਉਹਨੇ ਅਗਲੀ ਵਾਰੀ ਪੇਪਰ ਆਏ ਤਾਂ ਪਾਸ ਹੋ ਗਿਆ। ਇਹ ਕੀ ਆ, ਇਹ ਵੀ ਸਕੈਫੋਲਡਿੰਗ ਦੇ ਵਿੱਚ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਦਾ ਹੋਵੇਗਾ। ਹੁਣ ਇਸ ਨੂੰ ਪੜ੍ਹਦੇ ਆ ਕਿ ਇਹ ਪ੍ਰੋਕਸੀਮਲ ਡਿਵੈਲਪਮੈਂਟ ਆ ਜਿਹੜੀ ਡਿਫਰੈਂਟ ਰਹਿੰਦੀ ਹੈ ਬਿਟਵੀਨ ਲਰਨਰ ਜਿਹੜਾ ਕਰ ਸਕਦਾ ਤੇ ਜਿਹੜਾ ਨਹੀਂ ਕਰ ਸਕਦਾ, ਜਿਹੜਾ ਆਪਣੇ ਆਪ ਕਰ ਸਕਦਾ ਤੇ ਵਿਦਆਊਟ ਕਿਸੇ ਦੀ ਹੈਲਪ ਤੋਂ ਬਗੈਰ ਕਰ ਸਕਦਾ। ਇੱਕ ਤਾਂ ਇੱਕ ਆਪਣੀ ਹੈਲਪ ਦੇ ਨਾਲ ਕਰ ਸਕਦਾ ਆਪਣੇ ਆਪ, ਇੱਕ ਕਿਸੇ ਦੀ ਹੈਲਪ ਦੇ ਨਾਲ ਕਰਦਾ ਹੋਵੇ। ਦੋਨੇ ਚੀਜ਼ਾਂ ਨੂੰ ਲੈ ਕੇ ਚਲੋ, ਡਿਫਰੈਂਸ ਪੈਦਾ ਕਰ ਰਿਹਾ ਇੱਥੇ। ਜਦੋਂ ਕਿਸੇ ਦੀ ਲੋੜ ਪੈਂਦੀ ਹੈ, ਦੇਖੋ ਜਿੱਥੋਂ ਕਿਤੋਂ ਦੀ ਲੋੜ ਪੈਂਦੀ ਹੈ, ਹੈਲਪ ਦੀ ਲੋੜ ਪੈਂਦੀ ਆ, ਉਹ ਕੀ ਆ, ਉਹ ਜ਼ੋਨ ਹੈ, ਉਹ ਖੇਤਰ ਹੈ। ਜ਼ੋਨ ਦਾ ਇੱਥੇ ਮਤਲਬ ਹੈ ਖੇਤਰ, ਸਮਝਿਓ। ਹੁਣ ਇੱਥੋਂ ਕਿ ਤੁਸੀਂ ਸਮਝੋ, ਜਦੋਂ ਜ਼ੋਨ ਦੀ ਗੱਲ ਆ ਗਈ, ਖੇਤਰ ਦੀ ਗੱਲ ਆ ਗਈ। ਖੇਤਰ ਕੀ ਹੈ ਕਿ ਜਿੱਥੇ ਬੱਚਾ ਕੀ ਕਰ ਸਕਦਾ, ਕਿਸੇ ਦੀ ਹੈਲਪ ਦੀ ਲੋੜ ਪਵੇ, ਹੈਲਪ ਦੇ ਰਹੇ ਆ ਤਾਂ ਉੱਥੇ ਹੈਲਪ ਦੇ ਰਹੇ ਆ, ਉਸ ਹੈਲਪ ਨੂੰ ਕੀ ਕਹਾਂਗੇ, ਸਕੈਫੋਲਡਿੰਗ। ਇੱਥੋਂ ਕਿ ਤੁਹਾਡੇ ਟਰਮਾਂ ਕੰਪਲੀਟ ਹੋ ਗਈਆਂ। ਮੈਨੂੰ ਨਹੀਂ ਲੱਗਦਾ ਹੁਣ ਤੁਹਾਡਾ ਕੋਈ ਡਾਊਟ ਰਹੇਗਾ। ਬੱਚਾ ਬਿਨਾਂ ਮਦਦ ਤੋਂ ਜੋ ਕਰ ਰਿਹਾ ਤੇ ਜਿਹੜਾ ਕਿਸੇ ਦੀ ਮਦਦ ਦੇ ਨਾਲ ਕਰ ਰਿਹਾ, ਉਹਦੇ ਵਿੱਚ ਅੰਤਰ ਦੱਸ ਰਿਹਾ। ਉਹ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਦਾ ਜਿਹੜਾ ਏਰੀਆ ਹੈ ਉਹ ਦੱਸ ਰਿਹਾ ਹੈ। ਉਸ ਤੋਂ ਬਾਅਦ ਗੱਲ ਕਰਾਂਗੇ ZPD ਦੀ, ਜਿਹੜਾ ਕਿ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਦੀ ਗੱਲ ਕਰਦੇ। ਏਰੀਆ ਜਿਹੜਾ ਕਿ ਇਹਦੇ ਵਿੱਚ ਕੀ ਹੈ, ਬੱਚੇ ਨੂੰ ਗਾਈਡੈਂਸ ਦਿੱਤੀ ਜਾਂਦੀ ਆ, ਕਿ ਬੱਚੇ ਨੂੰ ਡਾਇਰੈਕਸ਼ਨ ਦਿੱਤੀ ਜਾਂਦੀ ਆ। ਹੁਣ ਕੀ ਹੈ, ਡਾਇਰੈਕਸ਼ਨ ਦੇਵਾਂਗੇ ਤਾਂ ਬੱਚਾ ਅੱਗੇ ਵਧੇਗਾ। ਜੇਕਰ ਆਪਾਂ ਇੱਥੇ ਬੱਚਾ ਮੰਨ ਲਓ, ਉਹਨੂੰ ਆਪਾਂ ਪਹਾੜਾਂ ਤੇ ਚੜਾਉਣਾ, ਇੱਥੇ ਤੱਕ ਇਹ ਪਹਾੜ ਆ ਮੰਨ ਲਓ, ਠੀਕ ਹੈ, ਵੈਸੇ ਬਣਾ ਰਿਹਾ, ਆਰਟ ਇੰਨੀ ਵਧੀਆ ਨਹੀਂ ਹੈ। ਇੱਥੇ ਬੱਚਾ ਹੈ ਤੇ ਇੱਥੇ ਅਧਿਆਪਕ ਹੈ ਇੱਕ ਵੱਡਾ, ਹਨਾ, ਤੇ ਉਹ ਅਧਿਆਪਕ ਕਹਿ ਰਿਹਾ ਵੀ ਬਈ ਤੂੰ ਇੱਥੋਂ ਦੀ ਚੜ੍ਹ ਤੇ ਇੱਥੇ ਜਾ, ਇੱਥੋਂ ਤੱਕ ਪਹੁੰਚਣਾ। ਬੱਚਾ ਕੀ ਸੋਚੇਗਾ, ਯਾਰ ਇੱਥੇ ਕਿਵੇਂ ਪਹੁੰਚੂਗਾ? ਪਹਿਲਾਂ ਤਾਂ ਰਾਸਤਾ ਏਡਾ ਉੱਚਾ ਦੇਖ ਕੇ ਡਰ ਜਾਏਗਾ, ਕਹਿੰਦਾ ਰੱਸੇ ਨਾਲ ਚੜੂੰਗਾ ਜਾਂ ਕਿਵੇਂ ਚੜੂੰਗਾ, ਕੋਈ ਰੱਸਾ ਪਾ ਕੇ ਚੜੂੰਗਾ, ਪੌੜੀ ਲਾ ਕੇ ਚੜੂੰਗਾ, ਉਹ ਸੋਚਦੇ ਹੀ ਰਹਿ ਜਾਏਗਾ। ਪਰ ਅਗਰ ਅਧਿਆਪਕ ਉਹਨੂੰ ਸਹੀ ਗਾਈਡੈਂਸ ਕਰੇਗਾ, ਗਾਈਡ ਕਰੇਗਾ ਵੀ ਬੱਚਾ ਤੂੰ ਇੱਥੋਂ ਜਾ, ਇੱਥੋਂ ਕੋਈ ਰੱਸੀ ਬੰਨ ਇਹਦੇ ਤੇ, ਤੂੰ ਉਹ ਰੱਸੀ ਦੇ ਸਹਾਰੇ ਚੜ੍ਹ, ਇੱਥੋਂ ਤੱਕ ਪਹੁੰਚ ਜਾਏਗਾ, ਫਿਰ ਬੱਚਾ ਪਹੁੰਚ ਜਾਏਗਾ। ਤੇ ਮੈਂ ਵੀ ਉਮੀਦ ਇਹੀ ਕਰਦਾ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਟੀਚਰ ਲੱਗੋਗੇ ਤੇ ਬੱਚੇ ਨੂੰ ਸਹੀ ਗਾਈਡੈਂਸ ਦੇ ਨਾਲ, ਆਪਣਾ ਸਕੈਫੋਲਡਿੰਗ ਦੇ ਨਾਲ ਬੱਚੇ ਨੂੰ ਬਹੁਤ ਵਧੀਆ ਤਰੀਕੇ ਨਾਲ ਸਿਖਾਓ। ਅਗਰ ਤੁਸੀਂ ਐਲੀਮੈਂਟਰੀ ਟੀਚਰ ਲੱਗੋਗੇ ਤਾਂ ਉਹਦੇ ਬੱਚੇ ਦੀ ਰਾਈਟਿੰਗ ਦੇ ਵੱਲ ਧਿਆਨ ਦਿਓ, ਹੈਂਡ ਰਾਈਟਿੰਗ ਦੇ ਵੱਲ ਧਿਆਨ ਦਿਓ, ਬੱਚਾ ਵਧੀਆ ਸਿੱਖ ਸਕੇ, ਭਾਗ ਲੈ ਸਕੇ ਅੱਗੇ, ਉਹਦੀ ਸ਼ਬਦਾਵਲੀ ਦੇ ਵਿੱਚ ਵਾਧਾ ਕਰੋ। ਉਹਦੇ ਨਾਲ ਕੀ ਹੈ, ਬੱਚੇ ਦੇ ਜਿਹੜੀ ਹੈਬਿਟਸ ਨੇ ਉਹ ਚੇਂਜ ਕਰੋ, ਗੁੱਡ ਹੈਬਿਟਸ ਜਿਹੜੀਆਂ ਉਹਦੇ ਅੰਦਰ ਪੈਦਾ ਕਰੋ। ਇਹ ਚੀਜ਼ਾਂ ਦੀ ਰਿਕੁਐਸਟ ਹੈ ਅਗਰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਟੀਚਰ ਲੱਗੋਗੇ ਤਾਂ। ਜੇਕਰ ਆਪਾਂ ਬੱਚੇ ਨੂੰ ਗਾਈਡੈਂਸ ਦੇਵਾਂਗੇ, ਉਹਦੇ ਨਾਲ ਕੀ ਹੈ, ਮੈਕਸੀਮਮ ਪੋਟੈਂਸ਼ੀਅਲ ਬੱਚੇ ਦੇ ਵਿੱਚ ਆਏਗਾ, ਬਹੁਤ ਤੇਜ਼ੀ ਦੇ ਨਾਲ ਬੱਚਾ ਆਪਣਾ ਗੋਲ ਅਚੀਵ ਕਰੇਗਾ। ਬਸ ਇੱਥੇ ਸਮਝ ਲਿਓ, ਗੋਲ ਅਚੀਵ ਕਰੇਗਾ ਬੱਚਾ, ਠੀਕ ਹੈ। ਅਚੀਵ ਕਿਵੇਂ ਕਰੇਗਾ, ਜੇਕਰ ਉਹਨੂੰ ਆਪਾਂ ਹੈਲਪ ਕਰ ਰਹੇ ਹਾਂ, ਗਾਈਡੈਂਸ ਦੇ ਰਹੇ ਹਾਂ, ਬਸ ਇੱਥੇ ਇਹ ਗੱਲ ਖਤਮ ਹੋ ਗਈ। ਹੁਣ ਇੱਥੇ ਜਾਣ ਦੀ ਲੋੜ ਹੀ ਨਹੀਂ ਪੈਂਦੀ। ਹੁਣ ਆਪਾਂ ਗੱਲ ਕਰਦੇ ਹਾਂ ਸਕੈਫੋਲਡਿੰਗ ਦੀ, ਤਾਂ ਸਕੈਫੋਲਡਿੰਗ ਦਾ ਇੱਥੇ ਮਤਲਬ ਕੀ ਹੈ? ਸਕੈਫੋਲਡਿੰਗ ਕੀ ਹੈ? ਇੱਕ ਟੈਂਪਰੇਰੀ ਹੈਲਪ ਆ, ਇੱਕ ਟੈਂਪਰੇਰੀ ਇੱਕ ਸਹਾਇਤਾ ਹੈ, ਅਸਥਾਈ ਬਣਤਰ ਹੈ ਜਿਹਦੇ ਵਿੱਚ ਮਦਦ ਕੀਤੀ ਜਾਂਦੀ ਹੈ, ਪਰ ਕੁਝ ਸਮੇਂ ਤੱਕ, ਸਮਾਂ ਲਿਮਿਟ ਆ ਜੀ ਇੱਥੇ, ਕੁਝ ਸਮੇਂ ਤੱਕ ਆਪਾਂ ਉਹਦੀ ਹੈਲਪ ਕਰ ਸਕਦੇ ਹਾਂ, ਪਰ ਲੰਮੇ ਲੌਂਗ ਟਾਈਮ ਆਪਾਂ ਉਹਦੀ ਹੈਲਪ ਨਹੀਂ ਕਰ ਸਕਦੇ ਕਿਸੇ ਵੀ ਚੀਜ਼ ਦੀ। ਜਦੋਂ ਬੱਚਾ ਸਿੱਖ ਗਿਆ ਉੱਥੇ ਆਪਾਂ ਖਤਮ ਕਰ ਦੇਵਾਂਗੇ, ਉੱਥੇ ਆਪਣੇ ਸਕੈਫੋਲਡਿੰਗ ਵਾਲਾ ਪ੍ਰੋਸੈਸ ਖਤਮ ਹੋ ਜਾਏਗਾ। ਇਹ ਕਿੱਥੇ ਸਕੈਫੋਲਡਿੰਗ ਜਿਹੜੀ ਆਪਾਂ ਕਰ ਰਹੇ ਹਾਂ ਉਹ ਕਿੱਥੇ, ਜ਼ੋਨ ਆਫ ਪ੍ਰੋਕਸੀਮਲ ਦੇ ਵਿੱਚ ਦੇ ਰਹੇ ਹਾਂ, ZPD ਦੇ ਵਿੱਚ ਆਪਾਂ ਪ੍ਰੋਵਾਈਡ ਕਰ ਰਹੇ ਹਾਂ, ਜਿਹੜਾ ਕਿ ਆਪਾਂ ਦੇਖ ਚੁੱਕੇ ਹਾਂ। ਹਾਂਜੀ, ਅਗਰ ਗੱਲ ਕਰੀਏ ਸਕੈਫੋਲਡਿੰਗ ਦੇਗਾ ਕੌਣ, ਕੌਣ ਦੇ ਸਕਦਾ ਇਸ ਨੂੰ? ਕੌਣ ਦੇਗਾ? ਟੀਚਰ ਕਰੇਗਾ, ਟੀਚਰ ਗਾਈਡ ਕਰੇਗਾ ਜਾਂ ਹੈਲਪ ਕਰੇਗਾ, ਪੀਅਰ ਗਰੁੱਪ
ਪੀਅਰਸ ਕਰ ਸਕਦੇ ਨੇ, ਜਿਹੜੇ ਕਿ ਬੱਚੇ ਬਹੁਤ ਹੁਸ਼ਿਆਰ ਨੇ, ਵਿੱਚ ਮੇਰੇ ਵਰਗੇ ਸਮਝ ਲਓ ਨਾਲਾਇਕ ਹੁੰਦੇ ਨੇ, ਤਾਂ ਮੈਨੂੰ ਕਿਸੇ ਨੇ ਗਾਈਡ ਕੀਤਾ ਤੇ ਮੈਂ ਤੁਹਾਨੂੰ ਪੜ੍ਹਾ ਰਿਹਾ ਹਨਾ। ਤੇ ਗਾਈਡੈਂਸ ਦੀ ਲੋੜ ਆਪਾਂ ਨੂੰ ਹਰ ਚੀਜ਼ ਦੇ ਬਾਰੇ, ਤਾਂ ਗਾਈਡੈਂਸ ਆਪਾਂ ਨੂੰ ਆਪਣੇ ਦੋਸਤ ਵੀ ਦੇ ਸਕਦੇ ਨੇ। ਮੋਰ ਨੌਲੇਜੇਬਲ ਅਦਰ ਦੀ ਗੱਲ ਕਰਾਂਗੇ, ਉਹ ਵੀ ਕੋਈ ਹੋ ਸਕਦਾ, ਮਾਤਾ ਪਿਤਾ ਹੋ ਸਕਦੇ ਨੇ, ਆਂਢੀ ਗੁਆਂਢੀ ਹੋ ਸਕਦੇ ਨੇ, ਕੋਈ ਬਾਹਰੋਂ ਆਇਆ ਬੰਦਾ ਹੋ ਸਕਦਾ, ਰਿਸ਼ਤੇਦਾਰ ਹੋ ਸਕਦਾ, ਠੀਕ ਆ। ਉਹ ਕੀ ਕਰਦਾ, ਬ੍ਰੇਕ ਕਰ ਦਿੰਦਾ, ਤੋੜ ਦਿੰਦਾ ਆਪਣੀਆਂ ਜਿਹੜੀਆਂ ਪ੍ਰੋਬਲਮਾਂ ਹੁੰਦੀਆਂ ਨੇ, ਉਹਨੂੰ ਵੱਖ-ਵੱਖ ਪਾਰਟ ਦੇ ਵਿੱਚ, ਵੱਖ-ਵੱਖ ਭਾਗਾਂ ਦੇ ਵਿੱਚ ਤੋੜ ਕੇ, ਤੇ ਉਹਨੂੰ ਕੀ ਐਕਸਪੋਰਟ ਦਿੱਤੀ ਜਾਂਦੀ ਆ ਉਹਦੀ ਨੀਡ ਦੇ ਅਕੋਰਡਿੰਗ ਟੂ ਨੀਡ, ਉਹਨੂੰ ਹੈਲਪ ਦਿੱਤੀ ਜਾਂਦੀ ਹੈ, ਜਿਵੇਂ ਉਸਦੀ ਨੀਡ ਹੈ, ਉਹਦੀ ਹੈਲਪ ਦੀ ਲੋੜ ਆ, ਉਸ ਤਰ੍ਹਾਂ ਹੈਲਪ ਉਹਨੂੰ ਪ੍ਰਦਾਨ ਕਰਕੇ ਬੱਚੇ ਨੂੰ ਉਸਦੇ ਮੁਕਾਮ ਤੱਕ ਪਹੁੰਚਾਇਆ ਜਾਂਦਾ ਹੈ। ਇਹ ਤੋਂ ਇੱਕ ਮੋਸਟ ਇੰਪੋਰਟੈਂਟ ਸੀ। ਨੈਕਸਟ ਚੱਲਾਂਗੇ ਸਕੈਫੋਲਡਿੰਗ, ਜਿਹੜਾ ਕਿ ਆਪਾਂ ਗੱਲ ਕਰਦੇ ਸਕੈਫੋਲਡਿੰਗ ਦੇ ਵਿੱਚ ਨੀਡ, ਇਹ ਨਹੀਂ ਨੀਡ ਟੂ ਨਾਟ ਸੋਲਵਿੰਗ ਦਾ ਇੰਟਾਇਰ ਪ੍ਰੋਬਲਮਸ, ਇਹ ਨਹੀਂ ਕਹਿ ਸਕਦੇ ਕਿ ਮੋਰ ਨੌਲੇਜੇਬਲ ਕੋਈ ਹੈ, ਮੰਨ ਲਓ ਟੀਚਰ ਹੈ, ਉਹ ਸਾਰੀ ਦੀ ਸਾਰੀ ਪ੍ਰੋਬਲਮ ਦਾ ਹੱਲ ਕਰ ਦੇਗਾ। ਪੀਅਰ ਗਰੁੱਪ ਦੇ ਵਿੱਚ ਹੈ ਦੋਸਤ, ਸਾਰੀ ਦੀ ਪ੍ਰੋਬਲਮ ਹੱਲ ਕਰ ਦੇਗਾ, ਨਹੀਂ, ਉਹ ਕੁਝ ਹਿੱਸਾ ਜਾਂ ਕੁਝ ਪਾਰਟ, ਠੀਕ ਹੈ, ਪਾਰਟ ਨੂੰ ਸੋਲਵ ਕਰੇਗਾ, ਡਾਇਰੈਕਸ਼ਨ ਦੇਗਾ ਵੀ ਇਸ ਤਰ੍ਹਾਂ ਹੋਏਗੀ, ਇੱਕ ਕਰਕੇ ਦਿਖਾਏਗਾ। ਜਿਵੇਂ ਹੁਣ ਮੈਥ ਦੇ ਵਿੱਚ ਬੱਚੇ ਨਲਾਇਕ ਨੇ, ਜਿਵੇਂ ਕਿ ਮੇਰੇ ਵਰਗੇ, ਠੀਕ ਹੈ, ਬੱਚੇ ਨੂੰ ਮੰਨ ਲਓ ਮੈਨੂੰ ਕਿਸੇ ਨੇ ਕਹਿਤਾ ਵੀ ਇਸ ਤਰ੍ਹਾਂ ਇਹ ਸਵਾਲ ਹੋਏਗਾ, a+b = c ਹੋ ਰਿਹਾ, ਤਾਂ ਮੈਂ ਸੋਚੇਗਾ ਕਿਵੇਂ ਆਊਗਾ। ਜੇ ਮੈਨੂੰ ਅਧਿਆਪਕ ਦੱਸੇਗਾ a+b = c ਆਏਗਾ, ਫਿਰ ਮੈਂ ਆਉਣ ਵਾਲੇ ਸਮੇਂ ਦੇ ਵਿੱਚ a+b+c = d ਲਗਾ ਦੂੰਗਾ, d ਲਗਾ ਦੂੰਗਾ, ਇਹ ਮੇਰਾ ਸਹੀ ਹੋ ਜਾਊਗਾ। ਇਸ ਤਰ੍ਹਾਂ ਮੈਂ ਵੈਸੇ ਹੀ ਕਹਿ ਰਿਹਾ, ਏਦਾਂ ਕੋਈ ਮੈਥ ਹੈ ਨਹੀਂ, ਤਾਂ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਕਿ ਇਸ ਤਰ੍ਹਾਂ ਮੈਂ ਸੋਲਵ ਕਰ ਸਕਦਾ। ਬਟ ਮੈਨੂੰ ਸਾਰਾ ਕੁਝ ਹੀ ਦੱਸਤਾ, A to Z ਤੋਂ ਲੈ ਕੇ ਸਾਰੀਆਂ ਚੀਜ਼ਾਂ ਦੱਸਦੀਆਂ, ਤਾਂ ਮੈਂ ਕਿਸ ਤਰ੍ਹਾਂ ਸਿੱਖਾਂਗਾ, ਮੈਂ ਤਾਂ ਕਿਸੇ ਤੇ ਨਿਰਭਰ ਰਹਿ ਜਾਵਾਂਗਾ ਨਾ। ਇਸੇ ਕਰਕੇ ਨਿਰਭਰ ਬਣਾਉਣ ਦੇ ਲਈ, ਨਾ ਕਿ ਨਿਰਭਰ ਬਣਾਉਣਾ ਨਹੀਂ ਆਪਾਂ, ਉਹਨੂੰ ਆਪਣੇ ਆਪ ਤੇ ਵਿਸ਼ਵਾਸ ਹੋ ਜਾਏ, ਉਹ ਕੀ ਹੋ ਜਾਏ, ਆਪਣੇ ਆਪ ਤੇ ਨਿਰਭਰ ਹੋ ਜਾਏ, ਨਾ ਕਿ ਕਿਸੇ ਹੋਰ ਤੇ ਨਿਰਭਰ ਹੋਵੇ ਬੱਚਾ। ਉੱਥੇ ਇੱਕ ਸਕੈਫੋਲਡਿੰਗ ਆਪਾਂ ਖਤਮ ਕਰ ਦਾਂਗੇ। ਇੱਥੇ ਤੁਸੀਂ ਸਮਝ ਗਏ ਕਿ ਆਪਣੀ ਹੈਲਪ ਉਦੋਂ ਤੱਕ ਕੰਮ ਕਰਦੀ ਹੈ, ਕਿਸੇ ਦੀ ਹੈਲਪ, ਉਹ ਸਕੈਫੋਲਡਿੰਗ ਦਾ ਮਤਲਬ ਆ ਕਿ ਉਹਨੂੰ ਉੱਥੋਂ ਤੱਕ ਮਦਦ ਕਰੋ ਜਦੋਂ ਤੱਕ ਉਹ ਸਮਝ ਸਕਦਾ ਹੈ। ਅਗਰ ਜਦੋਂ ਸਮਝ ਗਿਆ ਉਹਨੂੰ ਹਟਾ ਦਿਓ ਬਸ। ਅਗਰ ਉਹਨੂੰ ਬਾਅਦ ਚ ਵੀ ਦਿੰਦੇ ਰਹਾਂਗੇ, ਉਹ ਕੀ ਅਪਾਹਿਜ ਹੋ ਜਾਊਗਾ, ਫਿਰ ਆਪਣਾ ਕੁਝ ਨਹੀਂ ਕਰਨਾ ਉਹਨੇ। ਇਹ ਚੀਜ਼ਾਂ ਦੇ ਵੱਲ ਧਿਆਨ ਦਿਓ। ਇਹਦੇ ਵਿੱਚ ਕੀ ਆ ਕਿ ਇੱਕ ਅਧਿਆਪਕ ਆ ਜਾਂ ਇੱਕ ਮੋਮ ਆ, ਮਤਲਬ ਮਦਰ ਆ, ਹਨਾ, ਮਾਂ ਗਈ। ਇਹ ਸਮਝੋ ਕਿ ਇੱਕ ਮਾਂ ਬੱਚੇ ਨੂੰ ਸਿਖਾ ਰਹੀ ਆ ਲਿਖਣਾ, ਜਾਂ ਟੀਚਰ ਹੈ ਅਧਿਆਪਕ ਲਿਖਣਾ ਸਿਖਾ ਰਿਹਾ ਹੱਥ ਫੜ ਕੇ। ਦੇਖੋ ਕੀ ਹੱਥ ਫੜ ਰਿਹਾ ਨਾ, ਇਹ ਪੈਨਸਲ ਉਹਦੇ ਹੱਥ 'ਚ ਬੱਚਾ ਸਿੱਖ ਰਿਹਾ, ਇਹਨੂੰ ਪਤਾ ਨਹੀਂ ਵੀ ਕਿਸ ਤਰ੍ਹਾਂ ਮੰਨ ਲਓ ਕਿ A ਲਿਖਣੀ ਹੈ, ਕਿਸ ਤਰ੍ਹਾਂ B ਲਿਖਣੀ ਹੈ, ਕਿਸ ਤਰ੍ਹਾਂ C ਲਿਖਣੀ ਹੈ, ਕਿਸ ਤਰ੍ਹਾਂ D ਲਿਖਣੀ ਹੈ, ਉਹਨੂੰ ਕੀ ਸਿਖਾ ਰਹੇ ਆ। ਫਿਰ ਹੌਲੀ ਹੌਲੀ ਇੱਕ ਮਦਰ ਹੈ, ਉਹ ਕੋਲੇ ਬੈਠ ਰਹੀ ਹੈ, ਜਾਂ ਟੀਚਰ ਕੋਲੇ ਬੈਠਾ ਉਹਨੂੰ ਦੱਸ ਰਿਹਾ, ਨਹੀਂ ਤੂੰ ਗਲਤ ਲਿਖ ਰਿਹਾ, ਤੂੰ ਇਹਨੂੰ ਸਹੀ ਕਰ, ਨਹੀਂ ਤੂੰ ਇਹ ਸਹੀ ਕਰ, ਤੁਹਾਡਾ ਤੂੰ A ਇਸ ਤਰ੍ਹਾਂ ਪਾ ਰਿਹਾ, ਇਹਨੂੰ A ਨੂੰ ਇਸ ਤਰ੍ਹਾਂ ਲਿਖ, ਉੱਪਰ ਜੋੜ। ਉਸ ਤੋਂ ਬਾਅਦ B ਹੈ, ਤੂੰ ਇਹ ਪੁੱਠੀ ਪਾ ਰਿਹਾ, ਤੂੰ ਇਸ ਤਰ੍ਹਾਂ B ਲਿਖ ਸਹੀ, C ਨੂੰ ਤੂੰ ਇਸ ਤਰ੍ਹਾਂ ਲਿਖ ਰਿਹਾ, ਨਹੀਂ ਤੂੰ ਇਸ ਤਰ੍ਹਾਂ ਲਿਖ, ਐ। ਫਿਰ ਹੌਲੀ ਹੌਲੀ ਕੀ ਹੋ ਜਾਊਗਾ, ਉਹਦੀ ਜਿਹੜਾ ਪ੍ਰੋਸੈਸ ਆ ਕੰਪਲੀਟ ਹੋ ਜਾਊਗਾ, ਬੱਚਾ ਆਪਣੇ ਆਪ ਸਮਝਦਾਰ ਹੋ ਜਾਊਗਾ, ਕਿ ਬੱਚਾ ਆਪਣੇ ਆਪ ਲਿਖਣ ਲੱਗ ਜੂ, ਫਿਰ ਉਹਨੂੰ ਖੁਸ਼ੀ ਹੋਏਗੀ ਆਪਣੇ ਕੰਮ ਕਰਨ ਦੇ ਵਿੱਚ। ਇਹ ਚੀਜ਼ਾਂ ਦੇ ਵੱਲ ਤੁਸੀਂ ਧਿਆਨ ਦਿਓ, ਠੀਕ ਹੈ। ਇਹ ਬਹੁਤ ਵਧੀਆ ਐਗਜ਼ਾਮਪਲਾਂ ਨੇ, ਮੈਨੂੰ ਨਹੀਂ ਲੱਗਦਾ ਹੁਣ ਤੁਸੀਂ ਭੁੱਲ ਜਾਓਗੇ। ਅੱਗੇ ਗੱਲ ਕਰਦੇ ਆ ਵਧੇਰੇ ਗਿਆਨਯੋਗ, ਜਿਹੜੇ ਕਿ ਮੋਰ ਨੌਲੇਜੇਬਲ ਦੀ ਗੱਲ ਕਰਦੇ ਆ, ਉਹੀ ਪਰਸਨ ਨੇ, ਜਿਵੇਂ ਕਿ ਟੀਚਰ ਦੀ ਗੱਲ ਕਰ ਲਈਏ, ਪੇਰੈਂਟਸ ਦੀ ਗੱਲ ਕਰ ਲਈਏ, ਪੀਅਰ ਗਰੁੱਪ ਦੀ ਗੱਲ ਕਰ ਲਈਏ, ਟੈਕਨੋਲੋਜੀ ਦੀ ਗੱਲ ਕਰ ਲਈਏ, ਜਿਹੜਾ ਕਿ ਆਪਣੀ ਹੈਲਪ ਕਰ ਸਕਦਾ। ਜਿਹਦੇ ਕੋਲੇ ਆਪਣੇ ਕੋਲੇ ਖੁਦ ਕੋਲੇ ਨੌਲੇਜ ਨਹੀਂ, ਉਹ ਕਿਸੇ ਨੂੰ ਕੀ ਗਾਈਡ ਕਰੇਗਾ, ਠੀਕ ਹੈ ਜੀ। ਮੈਂ ਇੱਕ ਗਾਈਡੈਂਸ ਦਾ ਕੰਮ ਕਰ ਰਿਹਾ, ਤੁਹਾਨੂੰ ਗਾਈਡ ਕਰ ਰਿਹਾ ਵੀ ਇਸ ਤਰ੍ਹਾਂ ਤੁਸੀਂ ਇਹ ਟੌਪਿਕ ਕਰ ਸਕਦੇ ਹੋ, ਏਦਾਂ ਏਦਾਂ, ਇਹਦਾ ਮਤਲਬ ਇਹ ਏਦਾਂ ਆ। ਜੇਕਰ ਮੈਨੂੰ ਨਹੀਂ ਕੁਛ ਪਤਾ ਹੋਏਗਾ, ਮੈਂ ਤੁਹਾਨੂੰ ਕਿਸ ਤਰ੍ਹਾਂ ਸਮਝਾ ਸਕਦਾ। ਇਹੀ ਗੱਲ ਹੈ ਨਾ, ਜੇ ਮੈਨੂੰ ਕੁਛ ਪਤਾ ਤਾਂ ਮੈਂ ਤੁਹਾਨੂੰ ਸਮਝਾ ਰਿਹਾ, ਤੁਹਾਨੂੰ ਟਰਮਾਂ ਦੇ ਬਾਰੇ ਦੱਸ ਰਿਹਾ, ਤੁਹਾਨੂੰ ਸ਼ਬਦਾਂ ਦਾ ਮਤਲਬ ਦੱਸ ਰਿਹਾ, ਤੁਹਾਨੂੰ ਉਹ ਜਿਹੜਾ ਕਿ ZPD ਦੇ ਬਾਰੇ ਦੱਸ ਰਿਹਾ, ਸਕੈਫੋਲਡਿੰਗ ਦਾ। ਮੈਂ ਵੀ ਇੱਕ ਸਕੈਫੋਲਡਿੰਗ ਕਰ ਰਿਹਾ। ਮੈਂ ਇੱਥੋਂ ਵੀਡੀਓ ਖਤਮ ਕਰ ਦੂੰ, ਜਦੋਂ ਆਪਣੀ ਖਤਮ ਹੋ ਗਈ, ਇਸ ਤੋਂ ਬਾਅਦ ਤਾਂ ਤੁਹਾਡਾ ਪ੍ਰੋਸੈਸ ਹੈ। ਜੇਕਰ ਮੈਂ ਤੁਹਾਡਾ ਪੇਪਰ ਆਪ ਕਰਕੇ ਆਵਾਂ, ਫਿਰ ਉੱਥੇ ਹੀ ਗੱਲ ਆ ਗਈ, ਫਿਰ ਤਾਂ ਤੁਸੀਂ ਕੁਛ ਕਰਨਾ ਹੀ ਨਹੀਂ, ਫਿਰ ਤਾਂ ਤੁਸੀਂ ਅਧਿਆਪਕ ਲੱਗੇ ਲਗਾਏ ਹੋ। ਜੇਕਰ ਮੈਂ ਤੁਹਾਨੂੰ ਕਹਾਂਗਾ ਵੀ ਮੈਂ ਇੱਥੋਂ ਤੱਕ ਤੁਹਾਨੂੰ ਪੜ੍ਹਾ ਸਕਦਾ, ਇਸ ਤੋਂ ਬਾਅਦ ਤੁਸੀਂ ਪੜ੍ਹੋ। ਜੇਕਰ ਤੁਸੀਂ ਨਾ ਪੜ੍ਹੋਗੇ, ਤੁਹਾਡੇ ਦਿਮਾਗ ਦੇ ਵਿੱਚ ਕਿਸ ਤਰ੍ਹਾਂ ਚੀਜ਼ ਆਏਗੀ, ਇਹ ਵੀ ਕੋਈ ਕੀ ਹੈ, ਇਹ ਵੀ ਕੋਈ ਥਿਊਰੀ ਹੈ ਜਿਸ ਦੇ ਬਾਰੇ ਅਸੀਂ ਪੜ੍ਹਨਾ ਹੈ, ਤੇ ਪੇਪਰ ਦੇ ਵਿੱਚ ਆਏਗੀ। ਪੇਪਰ ਦੇ ਵਿੱਚ ਕਿਸ ਤਰ੍ਹਾਂ ਦੇ ਸਵਾਲ ਆ, ਉਹ ਦੱਸ ਚੁੱਕੇ ਹਾਂ ਵੀ ਇਸ ਤਰ੍ਹਾਂ ਇੰਪੋਰਟੈਂਟ ਨੇ, ਇਹ ਆ ਸਕਦੇ ਨੇ। ਐਗਜ਼ਾਮਪਲ ਆਪਣੇ ਆਪ ਤੇ ਲੈ ਕੇ ਚੱਲਿਆ ਕਰੋ। ਉਸ ਤੋਂ ਬਾਅਦ ਗੱਲ ਕਰ ਲਈਏ, ਜਿਵੇਂ ਕਿ ਇਹਦੇ ਵਿੱਚ ਵੀ ਐਗਜ਼ਾਮਪਲ ਦਿੱਤੀ ਆ ਕਿ ਫਾਦਰ ਆਪਾਂ ਇਹਦੇ ਵਿੱਚ ਐਗਜ਼ਾਮਪਲ ਚੇਂਜ ਕੀਤੀ ਹੈ ਕਿ ਹੈਂਡ ਰਾਈਟਿੰਗ ਦੇ ਵਾਲੀ ਆ, ਰਾਈਟਿੰਗ ਵਾਲੀ ਆ। ਇੱਕ ਬੱਚਾ ਕੀ ਹੈ ਸਕੈਫੋਲਡਿੰਗ ਦੇ ਵਿੱਚ ਆ, ਸਕੈਫੋਲਡਿੰਗ ਦੇ ਰਿਹਾ। ਇੱਕ ਫਾਦਰ ਕੀ ਹੈ, ਸਾਈਕਲ ਸਿਖਾ ਰਿਹਾ ਆਪਣੇ ਬੱਚੇ ਨੂੰ, ਤੇ ਉਹ ਹੋਲਡ ਕਰ ਰਿਹਾ ਸਾਈਕਲ ਨੂੰ ਹੋਲਡ ਕਰ ਰਿਹਾ। ਜਦੋਂ ਇੱਕ ਬੱਚਾ ਆਪਣੇ ਆਪ ਤੇ ਬੈਲੈਂਸ ਬਣਾਉਣ ਲੱਗ ਗਿਆ, ਬੱਚੇ ਦਾ ਜਿਹੜਾ ਪਾਪਾ ਨੇ ਜਾਂ ਉਹਦੇ ਫਾਦਰ ਨੇ ਉਹ ਛੱਡ ਦੇਗਾ, ਬੱਚਾ ਆਪਣੇ ਆਪ ਹੌਲੀ ਹੌਲੀ ਚਲਾਉਣ ਲੱਗ ਜਾਏਗਾ। ਫਿਰ ਉਹ ਕੀ ਆ, ਕਿਸੇ ਦੀ ਹੈਲਪ ਦੀ ਲੋੜ ਨਹੀਂ, ਆਤਮ ਨਿਰਭਰ ਹੋ ਜਾਏਗਾ, ਫਿਰ ਆਪਣੇ ਆਪ ਚਲਾਉਣ ਲੱਗ ਜਾਏਗਾ। ਇਹ ਸਕੈਫੋਲਡਿੰਗ ਦਾ ਇੱਥੇ ਮਤਲਬ ਖਤਮ ਹੁੰਦਾ, ਜਿਹੜਾ ਕਿ ਉਹੀ ਦੇ ਸਕਦਾ ਜਿਹਦੇ ਕੋਲੇ ਖੁਦ ਕੋਲੇ ਆਪਣੇ ਕੋਲ ਨੌਲੇਜ ਹੋਵੇ।
ਨੈਕਸਟ ਪੁਆਇੰਟ ਗੱਲ ਕਰਦੇ ਹਾਂ ਵਾਈਗੋਸਕੀ ਐਂਡ ਲਰਨਿੰਗ। ਹਾਂਜੀ, ਵਾਈਗੋਸਕੀ ਦਾ ਸਿੱਖਣ ਦੇ ਬਾਰੇ ਕੀ ਵਿਚਾਰ ਹੈ, ਠੀਕ ਹੈ। ਲਰਨਿੰਗ ਕੀ ਕਹਿ ਰਿਹਾ, ਵਾਈਗੋਸਕੀ ਦਾ ਜਿਹੜਾ ਮੇਨ ਬਲੀਵ ਹੈ ਜਾਂ ਵਿਸ਼ਵਾਸ ਹੈ, ਉਹ ਕੀ ਕਹਿ ਰਿਹਾ, ਲੈਂਗੁਏਜ, ਅਗਰ ਲੈਂਗੁਏਜ ਡਿਵੈਲਪਮੈਂਟ ਕਰਨੀ ਹੈ ਤਾਂ ਸੋਸ਼ਲ ਇੰਟਰੈਕਸ਼ਨ ਹੋਣੀ ਚਾਹੀਦੀ ਹੈ। ਅਗਰ ਬੱਚਾ ਲੈਂਗੁਏਜ ਸਿੱਖਣੀ ਹੈ, ਭਾਸ਼ਾ ਸਿੱਖਣੀ ਹੈ, ਤਾਂ ਉਹ ਸੋਸਾਇਟੀ ਦੇ ਵਿੱਚ ਵਿਚਰੇ ਸਭ ਤੋਂ, ਆਪਾਂ ਕਹਿ ਸਕਦੇ ਹਾਂ ਸਭ ਤੋਂ ਪਹਿਲੀ ਜਿਹੜੀ ਕਿ ਟੀਚਰ ਹੁੰਦੀ ਆ ਉਹ ਆਪਣੀ ਮਾਂ ਹੁੰਦੀ ਆ। ਮਾਂ ਤੋਂ ਆਪਾਂ ਨੂੰ ਬਹੁਤ ਸਾਰੇ ਸ਼ਬਦ ਜਿਹੜੇ ਵਕੈਬ ਆ ਸਿੱਖਣ ਨੂੰ ਮਿਲਦੀ ਆ। ਫਿਰ ਉਹ ਕੀ ਆ, ਆਪਣੀ ਫੈਮਿਲੀ ਤੋਂ ਸਿੱਖਦਾ ਬੱਚਾ, ਫੈਮਿਲੀ ਤੋਂ ਸਿੱਖਦੇ ਹੋ ਫਿਰ ਉਹ ਸਕੂਲ ਚਲਾ ਜਾਂਦਾ, ਸਕੂਲ ਦੇ ਵਿੱਚ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਸਿੱਖ ਲੈਂਦਾ। ਇਹ ਜਿਹੜਾ ਕਿ ਇੱਕ ਪੂਰੀ ਕਿਰਿਆ ਹੈ, ਅਗਰ ਇਹ ਕਿਰਿਆ ਹੈ ਪੂਰੀ ਤਰ੍ਹਾਂ, ਅਗਰ ਬੱਚਾ ਸ਼ਬਦ ਸਿੱਖੇਗਾ, ਆਪਣੀ ਫੈਮਿਲੀ ਦੇ ਨਾਲ ਸ਼ਬਦ ਵਰਤੇਗਾ ਤੇ ਨਵੇਂ ਸ਼ਬਦ ਸਿੱਖੇਗਾ, ਤੇ ਉਹ ਤੋਂ ਕੀ ਸਕੂਲ ਦੇ ਵਿੱਚ ਜਾਏਗਾ, ਸਕੂਲ ਦੇ ਵਿੱਚ ਉਹ ਸ਼ਬਦ ਵਰਤੇਗਾ ਜਿਹੜੀ ਫੈਮਿਲੀ ਤੋਂ ਸਿੱਖੇ ਨੇ, ਉਸ ਦੇ ਆਧਾਰ ਤੇ ਉਹ ਭਾਸ਼ਾ ਸਿੱਖੇਗਾ, ਭਾਸ਼ਾ ਸਿੱਖ ਕੇ ਉਹ ਸਕੂਲ ਦੇ ਵਿੱਚ ਵਰਤੇਗਾ ਤੇ ਆਪਣੀ ਪੜ੍ਹਾਈ ਕੰਪਲੀਟ ਕਰੇਗਾ। ਇਹੀ ਚੀਜ਼ਾਂ। ਤੇ ਇਹਦੇ ਵਿੱਚ ਕੀ ਆ, ਇੱਕ ਭਾਸ਼ਾ ਕੀ ਹੈ, ਗ੍ਰੇਟੈਸਟ ਟੂਲ ਆ ਕਮਿਊਨੀਕੇਸ਼ਨ ਦਾ। ਅਗਰ ਬੱਚੇ ਕੋਲੇ ਭਾਸ਼ਾ ਨਹੀਂ ਹੋਏਗੀ ਤਾਂ ਉਹ ਕਿਸੇ ਨਾਲ ਇੰਟਰੈਕਟ ਨਹੀਂ ਕਰ ਸਕਦਾ, ਕਿਸੇ ਨਾਲ ਬੋਲਚਾਲ ਨਹੀਂ ਕਰ ਸਕਦਾ, ਪੇਪਰ ਨਹੀਂ ਕਰ ਸਕਦਾ, ਤੇ ਭਾਸ਼ਾ ਨੂੰ ਨਹੀਂ ਆਈ ਤੇ ਪੜ੍ਹਨਾ ਲਿਖਣਾ ਤਾਂ ਬਿਲਕੁਲ ਹੀ ਬੇਕਾਰ ਜਾਊਗਾ, ਠੀਕ ਹੈ। ਉਸ ਤੋਂ ਬਾਅਦ ਆਪਣੇ ਕੋਲੇ ਵਾਈਗੋਸਕੀ ਲੈਂਗੁਏਜ ਦੇ ਬਾਰੇ ਕੀ ਸਿੱਖਦਾ ਹੈ, ਲਰਨਿੰਗ ਕਿਸ ਤਰ੍ਹਾਂ ਆ ਤੁਹਾਨੂੰ ਦੱਸਦਾ ਹੁਣ ਲੈਂਗੁਏਜ ਦੇ ਬਾਰੇ ਕੀ ਸਿੱਖਦਾ ਹੈ। ਤਾਂ ਆਪਾਂ ਪਹਿਲੇ ਡਿਸਕਸ ਕਰ ਚੁੱਕੇ ਹਾਂ, ਲੈਂਗੁਏਜ ਇੱਕ ਟੂਲ ਹੈ, ਕਮਿਊਨੀਕੇਸ਼ਨ ਦਾ ਟੂਲ ਹੈ। ਆਪਾਂ ਗੱਲ ਕਰਦੇ ਹਾਂ ਕਿ ਲੈਂਗੁਏਜ ਕੀ ਆ, ਲੈਂਗੁਏਜ ਐਂਡ ਥਾਟਸ, ਭਾਸ਼ਾ ਤੇ ਵਿਚਾਰ। ਇੱਥੇ ਗੱਲ ਕਰਾਂਗੇ ਭਾਸ਼ਾ ਤੇ ਵਿਚਾਰ। ਵਾਈਗੋਸਕੀ ਮੰਨਦਾ ਭਾਸ਼ਾ ਤੇ ਜਿਹੜੇ ਵਿਚਾਰ ਨੇ ਸ਼ੁਰੂ ਹੁੰਦੇ ਨੇ ਜੀਵਨ ਦੇ ਸ਼ੁਰੂਆਤ ਤੋਂ ਹੀ, ਜਿਹੜੇ ਕਿ ਸ਼ੁਰੂ ਹੋ ਜਾਂਦੇ ਨੇ ਜ਼ਿੰਦਗੀ ਦੇ, ਜਦੋਂ ਸ਼ੁਰੂਆਤ ਹੁੰਦੀ ਆ, ਬੱਚਾ ਜਨਮ ਲੈਂਦਾ ਉੱਥੋਂ ਹੀ ਸਟਾਰਟ ਹੁੰਦੇ ਆ। ਪਰ ਇੱਕ ਸਪਰੇਟ ਸਿਸਟਮ ਦੇ ਵਿੱਚ ਚੱਲਦੇ ਆ, ਪੈਰਲਲ ਚੱਲਦੇ ਨੇ ਇੱਕ ਦੂਜੇ ਦੇ, ਇੱਕੋ ਜਿਹੇ ਚੱਲਦੇ ਨੇ, ਪੈਰਲਲ ਚੱਲਦੇ ਨੇ, ਐਮਰਜ ਨਹੀਂ ਹੁੰਦੇ। ਇਹ ਕਿੱਥੋਂ ਤੱਕ, 3 ਸਾਲ ਤੱਕ ਇਹ ਨਹੀਂ ਹੁੰਦੇ। ਉਸ ਤੋਂ ਬਾਅਦ ਕੀ ਆ, ਥੋੜੀ ਉਮਰ ਤੇ 3 ਸਾਲ ਤੋਂ ਬਾਅਦ ਕੀ ਆ, ਅਰਾਊਂਡ 3 ਸਾਲਾਂ ਦੇ ਆਸ-ਪਾਸ ਹੋ ਕੇ ਐਮਰਜ ਹੋ ਜਾਂਦੇ ਨੇ ਇਸ ਤਰ੍ਹਾਂ, ਠੀਕ ਹੈ। ਐਮਰਜ ਹੋ ਜਾਂਦੇ ਨੇ। ਪਹਿਲਾਂ ਬੱਚੇ ਦੀ ਜਿਹੜੀ ਕਿ ਭਾਸ਼ਾ ਤੇ ਵਿਚਾਰ ਬਿਲਕੁਲ ਅਲੱਗ ਹੁੰਦੇ ਨੇ, ਭਾਸ਼ਾ ਤੇ ਵਿਚਾਰ ਬਿਲਕੁਲ ਅਲੱਗ ਹੁੰਦੇ ਨੇ। ਫਿਰ 3 ਸਾਲਾਂ ਦੀ ਉਮਰ ਦੇ ਵਿੱਚ ਆ ਕੇ ਬੱਚੇ ਦੇ ਜਿਹੜੇ ਕਿ ਇਹ ਭਾਸ਼ਾ ਤੇ ਵਿਚਾਰ ਨੇ ਉਹ ਜੁੜ ਜਾਂਦੇ ਨੇ, ਮਤਲਬ ਕਿ ਇਸ ਤਰ੍ਹਾਂ ਸਟੇਟ ਲਾਈਨ ਦੇ ਵਿੱਚ ਚਲੇ ਜਾਂਦੇ ਨੇ। ਉਸ ਤੋਂ ਬਾਅਦ ਗੱਲ ਕਰਾਂਗੇ ਸਪੀਚ ਐਂਡ ਥਾਟਸ ਬਿਕਮ ਇੰਟਰਡਿਪੈਂਡੈਂਸ। ਹਾਂਜੀ, ਨਿਰਭਰ ਹੋ ਜਾਂਦੇ ਨੇ, ਇੱਕ ਦੂਜੇ ਤੇ ਨਿਰਭਰ ਹੋ ਜਾਂਦੇ ਨੇ। ਇਹ ਮੰਨਿਆ ਜਾਂਦਾ ਹੈ ਭਾਸ਼ਾ ਤੇ ਵਿਚਾਰ ਇੱਕ ਦੂਜੇ ਤੇ ਇੰਟਰਡਿਪੈਂਡ ਹੋ ਜਾਂਦੇ ਨੇ। ਅਗਰ ਭਾਸ਼ਾ ਸਪੀਚ ਦੇਣੀ ਹੈ ਤਾਂ ਆਪਾਂ ਨੂੰ ਥਾਟਸ ਦੀ ਲੋੜ ਪਏਗੀ, ਤਾਂ ਥਾਟਸ ਆਉਣਗੇ ਜੇ ਆਪਾਂ ਸਪੀਚ ਕਰਨੀ ਹੋਈ। ਇਸ ਤਰ੍ਹਾਂ ਸਪੀਚ ਕਿੱਥੋਂ ਆਏਗੀ, ਜੇਕਰ ਆਪਣੇ ਕੋਲ ਭਾਸ਼ਾ ਹੋਏਗੀ। ਇਹ ਚੀਜ਼ਾਂ ਦੇ ਵੱਲ ਤੁਸੀਂ ਧਿਆਨ ਦਿਓ। ਹਾਂਜੀ, ਉਸ ਤੋਂ ਬਾਅਦ ਗੱਲ ਕਰਦੇ ਹਾਂ ਫਾਰਮ ਆਫ ਲੈਂਗੁਏਜ, ਤਾਂ ਕਿਸ ਤਰ੍ਹਾਂ ਦੀ ਜਿਹੜੀ ਕਿ ਫਾਰਮ ਹੋ ਸਕਦੀ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸੋਸ਼ਲ ਸਪੀਚ, ਜਿਹੜੇ ਕਿ ਬੱਚਾ ਆਪਣੇ ਸਮਾਜ ਦੇ ਵਿੱਚ ਬੋਲਦਾ ਹੈ। ਆਮ ਤੌਰ ਤੇ ਭਾਸ਼ਾ ਜਿਹੜੀ ਆ ਉਹ 2 ਸਾਲ ਤੱਕ ਚੱਲਦੀ ਹੈ, ਸਟਾਰਟ ਹੋ ਜਾਂਦੇ 2 ਸਾਲਾਂ ਦੇ ਵਿੱਚ ਬੱਚਾ ਭਾਸ਼ਾ ਬੋਲਣ ਲੱਗ ਜਾਂਦਾ ਆਪਣੇ ਆਲੇ ਦੁਆਲੇ। ਤਾਂ ਉਹ ਕੀ ਆਪਣੀ ਫੈਮਿਲੀ ਦੇ ਵਿੱਚ ਆਪਾਂ ਵਰਤਦੇ ਹਾਂ, ਆਪਣੀ ਮਦਰ ਦੇ ਨਾਲ ਕਮਿਊਨੀਕੇਸ਼ਨ ਕਰਦੇ ਹਾਂ, ਆਪਣੇ ਫਾਦਰ ਦੇ ਨਾਲ, ਫੈਮਿਲੀ ਦੇ ਵਿੱਚ, ਸਕੂਲ ਦੇ ਵਿੱਚ ਥੋੜਾ ਬਹੁਤ ਆਪਾਂ ਦੇਖਦੇ ਹਾਂ। 2 ਸਾਲ ਦੀ ਏਜ ਤੱਕ ਤਾਂ ਇਹ ਚੱਲਦਾ, ਸਟਾਰਟ ਹੋ ਜਾਂਦਾ। ਉਸ ਤੋਂ ਬਾਅਦ ਗੱਲ ਕਰਦੇ ਆਪਾਂ ਪ੍ਰਾਈਵੇਟ ਸਪੀਚ, ਜਿਹੜੇ ਕਿ ਨਿੱਜੀ, ਇਸ ਨੂੰ ਹੀ ਪਿਆਜੇ ਨੇ ਇਗੋ ਸਪੀਚ ਕਿਹਾ, ਠੀਕ ਹੈ ਜੀ, ਇੱਕੋ ਸਪੀਚ, ਠੀਕ ਹੈ ਜੀ। ਇਸ ਨੂੰ ਆਪਾਂ ਪੜਾਂਗੇ ਪਿਆਜੇ ਦੇ ਵੇਲੇ, ਕੋਈ ਚੱਕਰ ਨਹੀਂ ਆ। ਪਿਆਜੇ ਨਿੱਜੀ, ਹਾਂਜੀ, ਨਿੱਜੀ ਦਾ ਕੀ ਹੈ, ਜਦੋਂ ਬੱਚਾ ਆਪਣੇ ਆਪ ਦੇ ਨਾਲ ਗੱਲਾਂ ਕਰੇ, ਜਦੋਂ ਕਿ 3 ਸਾਲ ਦੀ ਉਮਰ ਹੋ ਜਾਂਦੀ ਆ ਕਿ ਆਪਣੇ ਆਪ ਨਾਲ ਬੱਚਾ ਗੱਲਾਂ ਕਰਨ ਲੱਗ ਜਾਂਦਾ। ਆਪਾਂ ਵੀ ਦੇਖਦੇ ਬੱਚਾ ਕਿਤੇ ਖੇਡ ਰਿਹਾ ਤੇ ਆਪਣੇ ਨਾਲ ਗੱਲਾਂ ਕਰ ਰਿਹਾ, ਕੀ ਆ, ਆਪਣੇ ਆਪ ਨੂੰ ਡਾਇਰੈਕਸ਼ਨ ਦੇ ਰਿਹਾ। ਉਹ ਬੱਚਾ ਕੀ ਕਰ ਰਿਹਾ, ਆਪਣੇ ਆਪ ਨੂੰ ਡਾਇਰੈਕਸ਼ਨ ਦੇ ਰਿਹਾ। ਪ੍ਰਾਈਵੇਟ ਸਪੀਚ ਇੱਥੇ ਕੀ ਇੰਪੋਰਟੈਂਟ ਰੋਲ ਅਦਾ ਕਰਦੀ ਹੈ ਕਿ ਬੱਚੇ ਨੂੰ ਆਪਣੇ ਸੈਲਫ ਡਾਇਰੈਕਸ਼ਨ ਪੈਦਾ ਕਰ ਰਹੀ ਹੈ, ਸੈਲਫ ਡਾਇਰੈਕਸ਼ਨ ਜਾ ਰਿਹਾ ਬੱਚੇ ਦਾ, ਸਹੀ ਜਿਹੜੀ ਨਿਰਦੇਸ਼ਕ ਆ ਖੁਦ ਆਪਣੇ ਆਪ ਕਰ ਰਿਹਾ ਬੱਚਾ। ਹੁਣ ਇੱਥੇ ਗੱਲ ਕਰਾਂਗੇ ਸਾਇਲੈਂਟ ਇਨਰ ਸਪੀਚ ਦੀ, ਚੁੱਪ ਅੰਦਰ ਨਹੀਂ ਬੋਲੀ, ਜਾਂ ਗੱਲ ਕਰਾਂਗੇ ਇਨਰ ਸਪੀਚ ਦੀ, ਤਾਂ ਉਹ ਕੀ ਹੈ, ਇਹ ਵੀ ਇੱਕ ਪ੍ਰਾਈਵੇਟ ਸਪੀਚ ਹੈ। ਆਪਾਂ ਗੱਲ ਕਰਾਂਗੇ ਪ੍ਰਾਈਵੇਟ ਸਪੀਚ ਜਿਹੜੀ ਟ੍ਰਾਂਸਫਰ ਹੋ ਜਾਂਦੀ ਆ ਸਾਇਲੈਂਟ ਸਪੀਚ ਦੇ ਵਿੱਚ। ਇਹ ਕਿੱਥੋਂ ਸਟਾਰਟ ਹੋ ਜਾਂਦੀ ਹੈ, 7 ਸਾਲਾਂ ਦੀ ਉਮਰ ਤੋਂ ਬਾਅਦ ਜਾਂ 7 ਸਾਲਾਂ ਦੀ ਉਮਰ ਦੇ ਵਿੱਚ। ਕੀ ਆਪਾਂ ਵੀ ਦੇਖਦੇ ਆ, ਆਪਾਂ ਜਿਹੜੇ ਛੋਟੇ ਹੁੰਦੇ ਆ ਨਾ, ਆਪਾਂ ਜਿਹੜਾ ਕਿ ਕੋਈ ਸਿੱਖਦੇ ਆ ਤਾਂ ਆਪਾਂ ਮੂੰਹ 'ਚ ਨਹੀਂ, ਮਤਲਬ ਮੂੰਹ 'ਚ ਪੜ੍ਹਦੇ ਆ, ਕਹਿ ਸਕਦੇ ਆ ਨਾ, ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਆ ਕਿ ਮੂੰਹ 'ਚ ਪੜ੍ਹਨਾ, ਪੜ੍ਹੋ। ਆਪਾਂ ਨੂੰ ਛੋਟੀ ਉਮਰ ਦੇ ਵਿੱਚ ਨਹੀਂ ਕਿਹਾ ਜਾਂਦਾ, 3 4 ਤੱਕ ਨਹੀਂ ਕਿਹਾ ਜਾਂਦਾ, 5ਵੀਂ 'ਚ ਕਿਹਾ ਜਾਂਦਾ ਵੀ ਤੁਸੀਂ ਮੂੰਹ 'ਚ ਪੜ੍ਹੋ। ਫਿਰ ਆਪਾਂ ਹੌਲੀ ਹੌਲੀ ਕੋਸ਼ਿਸ਼ ਕਰਦੇ, ਆਪਾਂ ਨੂੰ ਸਮਝ ਨਹੀਂ ਆਉਂਦੀ, ਹੌਲੀ ਹੌਲੀ ਆਪਾਂ ਸਮਝਣ ਲੱਗ ਜਾਂਦੇ ਆ ਉਹ ਚੀਜ਼ਾਂ ਨੂੰ। ਇਹ ਚੀਜ਼ਾਂ ਵੀ ਤੁਸੀਂ ਧਿਆਨ 'ਚ ਰੱਖੋ ਕਿ ਇਨਰ ਸਪੀਚ ਸਟਾਰਟ ਹੋ ਜਾਂਦੀ ਹੈ 7 ਸਾਲਾਂ ਤੋਂ, ਕਿ ਬੱਚਾ ਆਪਣੇ ਆਪ ਦੇ ਨਾਲ ਫਿਰ ਗੱਲਾਂ ਦਾ ਦੇਖੋ ਕਰੇਗਾ। ਇਨਰ ਸਪੀਚ ਕਿਸ 'ਚ ਚੇਂਜ ਹੋ ਗਈ, ਸਾਇਲੈਂਟ ਇਨਰ ਸਪੀਚ ਦੇ ਵਿੱਚ, ਪ੍ਰਾਈਵੇਟ ਸਪੀਚ ਇਨਰ ਸਪੀਚ ਦੇ ਵਿੱਚ ਹੋ ਗਈ, ਅੰਦਰੋਂ ਅੰਦਰ ਹੀ ਹੋ ਗਏ, ਠੀਕ ਆ। ਉਹ ਪੜ੍ਹਨ ਲੱਗ ਜਾਏਗਾ, ਸੋਚਣ ਲੱਗ ਜਾਏਗਾ, ਸਾਰਾ ਕੁਝ ਸਟਾਰਟ ਹੋ ਜਾਏਗਾ, ਸੇਮ ਹੈ। ਬਸ ਇਹਦੇ ਵਿੱਚ ਡਿਫਰੈਂਸ ਨਹੀਂ ਹੈ ਪ੍ਰਾਈਵੇਟ ਸਪੀਚ ਜ਼ਿਆਦਾ, ਕਿਉਂਕਿ ਇਹਦੇ ਉੱਤੇ ਕੁਐਸਚਨ ਦੇਖਣ ਨੂੰ ਮਿਲਦੇ ਨੇ। ਉਸ ਤੋਂ ਬਾਅਦ ਸਮ ਜਿਹੜੇ ਕਿ ਟਰਮਸ ਨੇ ਰਿਲੇਟ ਕਰਦੇ ਨੇ ਇਸ ਥਿਊਰੀ ਨੂੰ,
ਕੋਲੈਬੋਰੇਸ਼ਨ ਪ੍ਰੋਜੈਕਟ ਆਪਾਂ ਦੇਖਦੇ ਹਾਂ ਕਿ ਇੱਕ ਪ੍ਰੋਜੈਕਟ ਦਿੱਤਾ, ਬੱਚਿਆਂ ਨੂੰ ਪ੍ਰੋਜੈਕਟ ਦਿੱਤਾ ਤੇ ਬੱਚਿਆਂ ਦਾ ਇੱਕ ਗਰੁੱਪ ਬਣਿਆ ਤੇ ਗਰੁੱਪ ਵਿੱਚ ਬੱਚੇ ਇਹ ਪ੍ਰੋਜੈਕਟ ਕੰਪਲੀਟ ਕਰ ਰਹੇ ਨੇ ਤਾਂ ਗਰੁੱਪ ਵਿੱਚ ਬੱਚੇ ਬਹੁਤ ਸਾਰੀਆਂ ਇੱਕ ਦੂਜੇ ਤੋਂ ਚੀਜ਼ਾਂ ਸਿੱਖਦੇ ਨੇ। ਇਸ ਦਾ ਮਤਲਬ ਕੀ ਹੈ, ਸੋਸ਼ਲ ਕਲਚਰ ਥਿਊਰੀ ਇੱਥੇ ਅਪਲਾਈ ਹੋ ਰਹੀ ਹੈ। ਅਪਲਾਈ ਹੋ ਰਹੀ ਹੈ ਕਿਉਂਕਿ ਇੱਕ ਦੂਜੇ ਤੋਂ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲਦੇ ਨੇ। ਜਿਵੇਂ ਕਿ ਆਪਾਂ ਕਹਿ ਦਈਏ ਸਪੋਰਟਸ ਪਰਸਨ ਨੇ, ਸਪੋਰਟਸ ਪਰਸਨ ਬਹੁਤ ਸਾਰੀਆਂ ਚੀਜ਼ਾਂ ਇੱਕ ਦੂਜੇ ਤੋਂ ਸਿੱਖ ਲੈਂਦੇ ਨੇ। ਜਿਵੇਂ ਕਿ ਇੱਕ ਕ੍ਰਿਕਟ ਪਲੇਅਰ ਆ ਤਾਂ ਕ੍ਰਿਕਟ ਪਲੇਅਰ ਉਹ ਤੋਂ ਸਿੱਖੇਗਾ ਵੀ ਇਹ ਸ਼ਾਟ ਕਿਵੇਂ ਲਗਾਉਣਾ ਹੈ, ਕਿੱਧਰ ਸ਼ਾਟ ਲਗਾਈਏ, ਬੋਲਿੰਗ ਕਿਵੇਂ ਕਰਾਉਣੀ ਹੈ, ਅਗਰ ਇਸ ਤਰ੍ਹਾਂ ਕੋਈ ਸ਼ਾਟ ਲਗਾਏਗਾ ਤਾਂ ਉਹ ਬੋਲਿੰਗ ਕਿਸ ਤਰ੍ਹਾਂ ਕਰਾਉਣੀ ਹੈ। ਠੀਕ ਹੈ, ਉਸ ਤੋਂ ਕੋਆਪਰੇਟਿਵ ਲਰਨਿੰਗ ਤੇ ਕਿ ਕਿਸ ਤਰ੍ਹਾਂ ਆ ਆਪਾਂ ਪੀਅਰ ਗਰੁੱਪ ਨੂੰ ਦੇਖਦੇ ਹਾਂ ਕਿ ਕੋਆਪਰੇਟਿਵ ਇੱਕ ਦੂਜੇ ਨਾਲ ਰਹਿ ਕੇ ਬੱਚਾ ਬਹੁਤ ਸਾਰੀਆਂ ਕੋਆਪਰੇਟਿਵ ਐਕਟੀਵਿਟੀਆਂ ਕਰੇਗਾ, ਇੱਕ ਦੂਜੇ ਨਾਲ ਰਹਿ ਕੇ ਸਿੱਖੇਗਾ। ਇਹ ਚੀਜ਼ ਹੈ ਇੱਕ ਦੂਜੇ ਦੀ ਸਹਾਇਤਾ ਦੇ ਨਾਲ ਸਹਿਕਾਰੀ ਸਿਖਲਾਈ ਦੇਖਣ ਨੂੰ ਮਿਲਦੀ ਹੈ। ਇੱਕ ਬੱਚਾ ਵੀਕ ਹੈ, ਇੱਕ ਹੁਸ਼ਿਆਰ ਹੈ, ਉਹਨਾਂ ਨੂੰ ਇਕੱਠੇ ਬਿਠਾਤਾ, ਉਹ ਕੋਆਪਰੇਟਿਵ ਲਰਨਿੰਗ ਕਰਨਗੇ। ਉੱਤਰ ਪੀਅਰ ਟੀਚਰ, ਹਾਂਜੀ ਪੀਅਰ ਮਤਲਬ ਕਿ ਆਪਣੇ ਦੋਸਤ ਹੀ ਟੀਚਰ ਬਣ ਜਾਂਦੇ ਨੇ। ਜਦੋਂ ਇੱਕ ਮੰਨ ਲਓ ਕਿ ਦੋਸਤ ਹੈ ਉਹ ਹੁਸ਼ਿਆਰ ਹੈ, ਮੰਨ ਲਓ ਕਿ ਰਾਮ ਹੁਸ਼ਿਆਰ ਹੈ ਤੇ ਸ਼ਾਮ ਨਲਾਇਕ ਹੈ, ਤਾਂ ਰਾਮ ਕੀ ਕਰੇਗਾ, ਸ਼ਾਮ ਨੂੰ ਪੜ੍ਹਾਏਗਾ ਵੀ ਤੂੰ ਇਸ ਤਰ੍ਹਾਂ ਇਹ ਸਵਾਲ ਕਰ, ਤੇਰੇ 76 ਪੈ ਰਹੇ ਹੈ, ਤੂੰ ਹਨਾ ਵੀ ਇਸ ਤਰ੍ਹਾਂ ਤੇਰਾ ਪੇਪਰ ਤੂੰ ਫੇਲ ਹੋ ਜਾਏਗਾ। ਫਿਰ ਉਹ ਕੀ ਹੈ, ਜਿਹੜਾ ਕਿ ਰਾਮ ਹੈ ਉਹ ਕੀ ਕਰੇਗਾ, ਇੱਕ ਅਧਿਆਪਕ ਦਾ ਕੰਮ ਕਰੇਗਾ, ਪੀਅਰ ਟੀਚਰ ਹੋਵੇਗਾ। ਅਸਿਸਟਿਵ ਲਰਨਿੰਗ ਗੱਲ ਕਰਾਂਗੇ, ਸਹਾਇਕ ਸਿਖਲਾਈ ਦੀ। ਇਹਦੇ ਵਿੱਚ ਕੀ ਆ, ਜਿਵੇਂ ਕੋਈ ਕੰਮ ਦੇਤਾ ਉਸਨੂੰ ਕੰਪਲੀਟ ਕਰਨਾ, ਕਿਤੇ ਫੀਲਡ ਦੇ ਵਿੱਚ ਜਾ ਕੇ ਕਰਨਾ ਹੈ, ਇਹ ਸਾਰੀਆਂ ਚੀਜ਼ਾਂ। ਜਿਵੇਂ ਕਿ ਇੰਟਰਨਸ਼ਿਪ ਦੀ ਗੱਲ ਕਰਾਂਗੇ, ਵੱਡਿਆਂ ਦੇ ਲਈ ਇੰਟਰਨਸ਼ਿਪ ਕਰਦੇ ਆ ਕਿ ਉੱਥੇ ਆਪਣੇ ਕਿਸੇ ਕੰਮ ਨੂੰ ਲੈ ਕੇ ਚੀਜ਼ਾਂ ਸਿੱਖਦਾ ਹੈ। ਉਸ ਤੋਂ ਰੈਸੀਪ੍ਰੋਕਲ ਟੀਚਿੰਗ, ਰੈਸੀਪ੍ਰੋਕਲ ਟੀਚਿੰਗ ਦਾ ਮਤਲਬ ਕੀ ਹੈ ਇੱਥੇ ਕਿ ਬੱਚਾ ਵੀ ਅਧਿਆਪਕ ਤੋਂ ਸਿੱਖੇਗਾ, ਚਾਈਲਡ ਵੀ ਟੀਚਰ ਤੋਂ ਸਿੱਖੇਗਾ। ਤੇ ਟੀਚਰ ਇਹ ਨਾ ਸਮਝੋ ਟੀਚਰ ਸਿੱਖੇਗਾ, ਟੀਚਰ ਵੀ ਬੱਚੇ ਤੋਂ ਬਹੁਤ ਸਾਰੀਆਂ ਚੀਜ਼ਾਂ ਸਿੱਖਦਾ ਹੈ। ਮੈਨੂੰ ਵੀ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਤੋਂ ਸਿੱਖਣ ਨੂੰ ਮਿਲਦੀਆਂ, ਜਿਵੇਂ ਕਿ ਮੈਂ MCQ ਸੈਸ਼ਨ ਵਿੱਚ ਕਰਾਉਣਾ ਹੈ, ਬਹੁਤ ਸਾਰੀਆਂ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਜਿਹੜੀਆਂ ਮੈਂ ਸੁਣੀਆਂ ਨਹੀਂ ਜਾਂ ਮੈਨੂੰ ਪਤਾ ਸੀ ਮੈਂ ਭੁੱਲ ਗਿਆ ਹਾਂ। ਮੈਂ ਤੁਹਾਡੇ ਤੋਂ ਵੀ ਸਿੱਖਦਾ ਨਾ, ਬਹੁਤ ਸਾਰੇ ਜਿਹੜੇ ਅਮੈਂਡਮੈਂਟ ਨੇ ਮੈਂ ਕਰਾਉਣਾ ਆ, ਤਾਂ ਅਮੈਂਡਮੈਂਟ ਦੇ ਵਿੱਚ ਮੈਨੂੰ ਪਤਾ ਨਹੀਂ ਲੱਗਦਾ ਵੀ ਇਹ ਸਹੀ ਕੀ ਆ, ਮੈਂ ਤੁਹਾਡੇ ਤੋਂ ਪਤਾ ਲੱਗ ਜਾਂਦਾ। ਇਹ ਚੀਜ਼ਾਂ ਦੇ ਵੱਲ ਧਿਆਨ ਦਿਓ ਕਿਉਂਕਿ ਆਪਾਂ ਸ਼ਾਮ ਨੂੰ ਕਲਾਸਾਂ ਲੈ ਕੇ ਆਉਣੇ ਆ, ਤੁਸੀਂ ਕਲਾਸਾਂ ਜ਼ਰੂਰ ਲਗਾਇਆ ਕਰੋ। ਉਸ ਤੋਂ ਬਾਅਦ ਟਾਈਪ ਆਫ ਗਰੁੱਪ, ਹਾਂਜੀ ਕਿਸ ਤਰ੍ਹਾਂ ਦੇ ਟਾਈਪ ਨੇ। ਜਦੋਂ ਆਪਾਂ ਗੱਲ ਕਰੀਏ ਸੋਸ਼ਲ ਕਲਚਰ ਥਿਊਰੀ ਦੀ ਤਾਂ ਉਹਦੇ ਵਿੱਚ ਕੀ ਗਰੁੱਪਿਜ਼ਮ 'ਚ ਗੱਲ ਕਰਾਂਗੇ। ਸਮੂਹ ਹੋਮੋਜੀਨਸ ਗਰੁੱਪ ਹੋ ਸਕਦਾ, ਇੱਕੋ ਜਿਹੀ ਜਿਹੜੀ ਕਿ ਸੋਚ ਵਾਲੇ ਬੱਚੇ ਹੋ ਸਕਦੇ ਨੇ, ਉਹ ਨਲਾਇਕ ਬੱਚੇ ਇੱਕ ਥਾਂ ਹੋ ਸਕਦੇ ਨੇ, ਹੁਸ਼ਿਆਰ ਬੱਚੇ ਇੱਕ ਥਾਂ ਹੋ ਸਕਦੇ ਨੇ। ਤਾਂ ਇਹ ਕੀ ਆ, ਸਮਾਨ ਸਮੂਹ ਜਿਹੜੇ ਕਿ ਇੱਕੋ ਜਿਹੇ ਬੱਚੇ ਪਾਏ ਜਾਣ। ਹੀਟਰੋ ਮਤਲਬ ਕਿ ਵੱਖ-ਵੱਖ ਬੱਚੇ ਉਹਦੇ ਵਿੱਚ ਪਾਏ ਜਾਣ। ਜਿਵੇਂ ਕਿ ਅੱਜ ਕੱਲ ਜਿਵੇਂ ਕਿ ਕੋਈ ਗਰੁੱਪ ਬਣਾਇਆ ਹੈ, ਗਰੁੱਪ ਦੇ ਵਿੱਚ ਕੀ ਅੱਜ ਕੱਲ ਤਾਂ ਇਹ ਹੋ ਗਿਆ, ਟ੍ਰੈਂਡ ਹੋ ਗਿਆ ਕਿ ਹੀਟਰੋਜੀਨੀਅਸ ਗਰੁੱਪ ਬਣਦਾ ਹੈ। ਪਹਿਲਾਂ ਕੀ ਹੋਮੋਜੀਨੀਅਸ ਸੀਗੇ। ਕਿਵੇਂ ਸੀ, ਮੇਰੇ ਦੋਸਤ ਸੀਗੇ ਨਲਾਇਕ ਮੇਰੇ ਵਰਗੇ, ਮੈਂ ਉਹਨੂੰ ਕਹਿਣ ਦਾ ਆਪਾਂ ਕੰਮ ਕਰਨਾ, ਉਹ ਨਹੀਂ ਕਰਦੇ ਸੀਗੇ ਟਾਈਮ ਤੇ, ਤਾਂ ਸਾਨੂੰ ਕਹਿ ਜਾਂਦਾ ਜੀ ਤੁਸੀਂ ਨਲਾਇਕ ਹੋ। ਫਿਰ ਹੁਣ ਇਸ ਤਰ੍ਹਾਂ ਨਹੀਂ ਹੈ, ਹੁਣ ਬਿਲਕੁਲ ਵੱਖ ਕੀਤਾ ਜਾਂਦਾ, ਵੱਖ ਕਰਕੇ ਬੱਚੇ ਨੂੰ ਪੜ੍ਹਾਇਆ ਜਾਂਦਾ ਵੱਖ-ਵੱਖ ਦੋਸਤਾਂ ਨਾਲ, ਕਿਉਂਕਿ ਉਹ ਬਹੁਤ ਸਾਰੀਆਂ ਆਦਤਾਂ ਇੱਕੋ ਗਰੁੱਪ ਦੇ ਵਿੱਚ ਰਹਿ ਕੇ ਸਿੱਖ ਰਹੇ ਨੇ। ਉਹਨਾਂ ਨੂੰ ਚਾਹੀਦਾ ਕਿ ਹੋਰਾਂ ਗਰੁੱਪਾਂ ਦੇ ਵਿੱਚ ਵੀ ਉਹਨਾਂ ਨੂੰ ਪਾਇਆ ਜਾਵੇ ਤਾਂ ਜੋ ਦੂਜਿਆਂ ਬੱਚਿਆਂ ਤੋਂ ਵੀ ਚੰਗੀਆਂ ਆਦਤਾਂ ਸਿੱਖਣ। ਜਿਵੇਂ ਕਿ ਨਲਾਇਕ ਬੱਚਾ ਉਹਨੂੰ ਹੁਸ਼ਿਆਰ ਦੇ ਵਿੱਚ ਭੇਜਿਆ ਜਾਵੇ ਤਾਂ ਜੋ ਹੁਸ਼ਿਆਰ ਵਾਲੀਆਂ ਹਰਕਤਾਂ ਸਿੱਖੇ, ਹੁਸ਼ਿਆਰ ਬਣਨ ਦੀ ਕੋਸ਼ਿਸ਼ ਕਰੇ, ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਉਹ ਹੁਸ਼ਿਆਰ ਨਿਕਲ ਜੇ। ਇਹ ਚੀਜ਼ਾਂ ਇਸ ਥਿਊਰੀ ਦੇ ਕ੍ਰਿਟੀਸਾਈਜ਼ ਕੀਤਾ ਜਾਂਦਾ ਕਿ ਇਸ ਨੂੰ ਮੰਨਿਆ ਜਾਂਦਾ ਕਿ ਵਾਈਗੋਸਕੀ ਨੇ ਜੋ ਥਿਊਰੀ ਦਿੱਤੀ ਆ ਉਹ ਕਿਤੇ ਹੱਦ ਤੱਕ ਸਹੀ ਆ, ਪਰ ਸਾਰੇ ਕਿਤੇ ਇਹ ਅਪਲਾਈ ਨਹੀਂ ਹੁੰਦੀ। ਬਹੁਤ ਸਾਰੇ ਜਿਹੜੇ ਕਲਚਰ ਨੇ, ਬਹੁਤ ਕਲਚਰ ਰਿਚ ਦੇ ਨੇ, ਉਹ ਚਲੋ ਮੰਨ ਲਓ ਸਿੱਖ ਜਾਂਦੇ ਨੇ। ਬਹੁਤ ਸਾਰੇ ਕਲਚਰ ਜਿਹੜੇ ਕਿ ਬੈਕਗਰਾਉਂਡ ਬਹੁਤ ਵੀਕ ਹੁੰਦਾ, ਜਿਵੇਂ ਕਿ ਆਪਾਂ ਕਹਿ ਦਈਏ ਝੋਪੜੀਆਂ ਵਾਲੇ, ਤਾਂ ਉਹ ਕੀ ਸਿੱਖਣਗੇ, ਉਹ ਇੱਥੇ ਅਪਲਾਈ ਨਹੀਂ ਹੋ ਰਿਹਾ। ਤਾਂ ਕੀ ਕਹਿ ਰਿਹਾ, ਕੱਲਾ ਸੋਸ਼ਲ ਜਿਹੜਾ ਕਲਚਰ ਹੈ ਉਹ ਇਸ ਤੇ ਅਪਲਾਈ ਨਹੀਂ ਹੈ ਵੀ ਡਿਵੈਲਪਮੈਂਟ ਜਾਂ ਵਿਕਾਸ ਹੋ ਜਾਏਗਾ, ਉਸ ਤੇ ਅਪਲਾਈ ਨਹੀਂ ਹੁੰਦਾ। ਬਹੁਤ ਸਾਰੀਆਂ ਕੰਟਰੀਆਂ ਇਸ ਨੂੰ ਨੈਗਲੈਕਟ ਕਰਦੀਆਂ ਨੇ ਥਿਊਰੀ ਨੂੰ। ਤਾਂ ਪਰ ਮੈਨੂੰ ਲੱਗਦਾ ਜਿੰਨੀ ਕਿ ਥਿਊਰੀ ਆ ਮੇਰੇ ਅਕੋਰਡਿੰਗ ਠੀਕ ਹੈ, ਜਿਸ ਦੇ ਟਾਈਮ ਅਕੋਰਡਿੰਗ ਇਹ ਸਹੀ ਚੱਲ ਰਹੀ ਸੀ। ਕ੍ਰਿਟੀਸਾਈਜ਼ ਕਰਦੇ ਨੇ ਕਿ ਸੋਸ਼ਲ ਕਲਚਰ ਨੂੰ ਫੋਕਸ ਕਰਕੇ ਚੱਲਦੇ ਆ, ਸੁਸਾਇਟੀ ਨੂੰ ਫੋਕਸ ਲੈ ਕੇ ਚੱਲਦੇ ਆ, ਪਰ ਸੁਸਾਇਟੀ ਦੇ ਵਿੱਚ ਪ੍ਰੋਬਲਮ ਕੀ ਆ ਰਹੀ ਆ, ਉਹਨਾਂ ਨਾਲ ਮੁਸ਼ਕਲਾਂ ਕੀ ਆ ਰਹੀਆਂ, ਉਹਦੇ ਵੱਲ ਬਿਲਕੁਲ ਫੋਕਸ ਨਹੀਂ ਕੀਤਾ ਜਾਂਦਾ। ਤਾਂ ਉਹਦੇ ਉੱਤੇ ਫੋਕਸ ਕਰਕੇ ਫਿਰ ਥਿਊਰੀ ਨੂੰ ਥੋੜਾ ਜਿਹਾ ਰਿਵਾਈਵ ਕੀਤਾ ਜਾਵੇ। ਤਾਂ ਮੈਨੂੰ ਨਹੀਂ ਲੱਗਦਾ ਇਸ ਦੀ ਲੋੜ ਹੈ। ਵੈਸੇ ਤਾਂ ਚਲੋ ਬਾਕੀ ਆਪਾਂ ਜੋ ਇੰਪੋਰਟੈਂਟ ਸੀ ਉਹ ਪੜ੍ਹਿਆ ਹੈ, ਕ੍ਰਿਟੀਸਾਈਜ਼ ਕੀਤਾ ਹੈ, ਉਸ ਨੂੰ ਮੈਂ ਤੁਹਾਡੇ ਨਾਲ ਐਕਸਪਲੇਨ ਕਰਤਾ। ਆਈ ਹੋਪ ਕਿ ਤੁਹਾਡੇ ਜਿਹੜੇ ਇਹ ਥਿਊਰੀ ਬਹੁਤ ਸਮਝ ਲੱਗ ਗਈ ਹੋਣੀ ਹੈ, ਕਿਉਂਕਿ ਇਹ ਥਿਊਰੀਆਂ ਨੂੰ ਲੈ ਕੇ ਬਹੁਤ ਸਾਰੀ ਪਰੇਸ਼ਾਨੀ ਦੇਖਣ ਨੂੰ ਮਿਲਦੀ ਹੈ ਆਪਾਂ ਨੂੰ। ਤੇ ਬਾਕੀ ਆਪਾਂ ਰੈਗੂਲਰ ਇਸ ਤਰ੍ਹਾਂ ਥਿਊਰੀਆਂ ਡਿਸਕਸ ਕਰਾਂਗੇ, CDP ਨੂੰ ਚੰਗੀ ਤਰ੍ਹਾਂ ਕਰਾਂਗੇ ਥਿਊਰੀ ਦੇ ਵਿੱਚ। ਹਾਂਜੀ, ਲਾਈਕ ਸ਼ੇਅਰ ਐਂਡ ਚੈਨਲ ਨੂੰ ਸਬਸਕ੍ਰਾਈਬ ਕਰੋ। ਅਗਰ ਤੁਹਾਡੀ ਕੋਈ ਇਨਕੁਆਰੀ ਹੈ, ਸਾਡਾ JV ਸਟੇਸ਼ਨ ਤੁਸੀਂ ਦੇਖ ਸਕਦੇ ਹੋ, ਨੀਚੇ ਸਕਰੋਲ ਚੱਲ ਰਿਹਾ। WhatsApp ਗਰੁੱਪ ਵੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲੇਗਾ, ਤੇ ਜੋ ਵੀ ਤੁਹਾਡੀ ਇਨਕੁਆਰੀ ਹੈ ਉਸ ਸ਼ੇਅਰ ਕਰ ਸਕਦੇ ਹੋ ਟੈਲੀਗ੍ਰਾਮ ਤੇ ਸਾਡੀ ਹੋਰ ਵੀ ਵੀਡੀਓਜ਼ ਨੇ ਪੰਜਾਬੀ ਦੇ ਲਈ, ਇੰਗਲਿਸ਼ ਪੈਡਾਗੋਜੀ ਹੈ, ਤੇ EVS ਕਰਵਾ ਰਹੇ ਹਾਂ, ਨਾਲ SST ਕਰਵਾ ਰਹੇ ਹਾਂ। ਤੁਸੀਂ ਉਹ ਕਲਾਸਾਂ ਸ਼ਾਮ ਨੂੰ ਲਾਈਵ ਹੋ ਕੇ ਦੇਖ ਸਕਦੇ ਹੋ। ਸ਼ਾਮ ਨੂੰ ਤੁਹਾਡੀਆਂ ਕਲਾਸਾਂ ਰੈਗੂਲਰ ਮਿਲਦੀਆਂ ਨੇ। ਥੈਂਕਸ ਫਾਰ ਵਾਚਿੰਗ ਦਿਸ ਵੀਡੀਓ।
ਤੇ ਸ਼ੇਅਰ ਕਰਿਓ ਵੱਧ ਤੋਂ ਵੱਧ ਆਪਣੇ ਦੋਸਤ ਮਿੱਤਰਾਂ ਤੱਕ।